ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਆਨੰਦਪ੍ਰੀਤ ਸਿੰਘ। ਦੁਨੀਆ ਭਰ ਦੇ ਵਿੱਚ ਰੂਸ ਯੂਕਰੇਨ ਯੁੱਧ ਦੀਆਂ ਗੱਲਾਂ ਹੋ ਰਹੀਆਂ ਨੇ। ਬੜੀਆਂ ਮਨਹੂਸ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਕਾਲਜੇ ਨੂੰ ਚੀਰਦੀਆਂ ਨੇ। ਬਹੁਤ ਸਾਰੇ ਲੋਕਾਂ ਦੀ ਮੌਤ ਦੀ ਜਿਹੜੀ ਸੰਖਿਆ ਉਹ ਜਦੋਂ ਸਾਹਮਣੇ ਆਉਂਦੀ ਹੈ ਤਾਂ ਕਾਲਜਾ ਵਲੁੰਦਰਿਆ ਜਾਂਦਾ ਹੈ। ਇਸ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਸਰਦਾਰ ਕੇਸੀ ਸਿੰਘ ਜੀ ਜੁੜੇ ਨੇ ਜੋ ਤਕਨੀਕ ਦੇ ਮਾਧਿਅਮ ਜ਼ਰੀਏ ਸਾਡੇ ਨਾਲ ਦਿੱਲੀ ਤੋਂ ਜੁੜਨਗੇ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ। ਸਾਬਕਾ ਰਾਜਦੂਤ ਨੇ, ਇਹਨਾਂ ਮਸਲਿਆਂ ਦੇ ਬਾਰੇ ਡੂੰਘੀ ਪਕੜ ਰੱਖਦੇ ਨੇ। ਕਿੱਥੇ ਕੁ ਖੁੰਝਿਆ ਗਿਆ ਹੈਗਾ ਮਾਮਲਾ, ਕਿੱਥੇ ਕੁ ਅਟਕੀ ਹੋਈ ਹੈ ਕਹਾਣੀ, ਇਹਦੇ ਬਾਰੇ ਗੱਲਬਾਤ ਕਰਾਂਗੇ। ਸਰਦਾਰ ਕੇਸੀ ਸਿੰਘ ਜੀ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ, ਕਿਵੇਂ ਦੇਖਦੇ ਹੋ? ਖਬਰਾਂ ਆ ਰਹੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਸਾਹਮਣੇ, ਤੁਸੀਂ ਕਿਵੇਂ ਦੇਖ ਰਹੇ ਹੋ ਸਾਰੇ ਮਸਲੇ ਨੂੰ? ਰੂਸ ਯੂਕਰੇਨ ਦੀ ਜਿਹੜੀ ਲੜਾਈ ਹੋ ਰਹੀ ਹੈ, ਇਹ ਸਾਰੇ ਮਸਲੇ ਦੇ ਉੱਤੇ ਤੁਹਾਡੀ ਕੀ ਸਮਝ ਬਣਦੀ ਹੈ? ਸਾਰਿਆਂ ਤੋਂ ਪਹਿਲਾਂ ਤਾਂ ਮੈਂ ਅਫਸੋਸ ਕਰਦਾ ਕਿ ਇਹ ਬੜੀ ਮਾੜੀ ਗੱਲ ਹੈ। ਇੱਕ ਬੱਚਾ ਕਰਨਾਟਕ ਦਾ ਸੀ, ਉਹਦੀ ਖਾਰਕੀਵ ਦੇ ਵਿੱਚ ਗੋਲੀ ਮਾਰ ਕੇ, ਉਹ ਤਾਂ ਕਹਿੰਦੇ ਰੂਸੀ ਫੌਜਾਂ ਨੇ ਮਾਰੀ, ਉਹਦੀ ਮੌਤ ਹੋ ਗਈ ਹੈ। ਮੈਨੂੰ ਫਿਕਰ ਇਸ ਗੱਲ ਦਾ ਹੈ ਕਿ ਇਹ ਐਸੀ ਆਖਰੀ ਖਬਰ ਨਹੀਂ ਹੋਣੀ, ਕਿਉਂਕਿ ਕਾਫੀ ਹਲੇ ਵੀ 10 ਤੋਂ 15 ਹਜ਼ਾਰ ਬੱਚੇ ਫਸੇ ਹੋਏ ਨੇ। ਔਰ ਯੂਕਰੇਨ ਬਹੁਤ ਵੱਡਾ ਦੇਸ਼ ਹੈ ਜਿਹਦੇ 'ਚ 3 ਪਾਸਿਓਂ ਰੂਸ ਨੇ ਹਮਲਾ ਕੀਤਾ ਹੈ। ਉੱਤਰ ਤੋਂ ਕੀਤਾ ਉਹਨਾਂ ਨੇ, ਬੈਲਾਰੂਸ ਜਿਹੜਾ ਲੱਗਦਾ ਉਹਦੇ ਵਿੱਚੋਂ ਉੱਤਰ ਵਾਲੇ ਪਾਸੇ ਰੂਸ ਵੀ ਲੱਗਦਾ ਜੀ। ਚੜ੍ਹਦਿਆਂ ਕਨੀਓ ਇਹਨਾਂ ਨੇ ਪੂਰਬ ਕਨੀਓ ਕੀਤਾ ਹੈ ਔਰ ਥੱਲਿਓਂ ਦੱਖਣ ਕਨੀਓ ਕੀਤਾ ਹੈ। ਹੁਣ ਇਹਦੇ 2 ਵੱਡੇ ਸ਼ਹਿਰ ਨੇ। ਕੀਵ ਜਿਹੜਾ ਇਹਨਾਂ ਦਾ ਕੈਪੀਟਲ ਆ, ਉਹ ਬੈਲਾਰੂਸ ਨਾਲ ਤਕਰੀਬਨ ਉੱਤਰੀ ਪੱਛਮ ਚ ਹੈ ਉਹ। ਔਰ ਜਿਹੜਾ ਇਹ ਜਿਹਦੀ ਅਸੀਂ ਗੱਲ ਕਰ ਰਹੇ ਹਾਂ, ਜਿੱਥੇ ਡੈਥ ਹੋਈ ਹੈ, ਇਹ ਥੋੜਾ ਜਿਹਾ ਇੱਧਰ ਨੂੰ ਪੂਰਬ ਕਨੀ ਨੂੰ ਆ ਜਾਂਦਾ ਹੈ, ਪਰ ਉੱਪਰਲੇ ਪਾਸੇ ਹੀ ਹੈ। ਇਹ 2 ਵੱਡੇ, ਸਾਰਿਆਂ ਤੋਂ ਵੱਡਾ ਤਾਂ ਕੈਪੀਟਲ ਹੈਗਾ ਜਿਹੜਾ ਉਹਨਾਂ ਦੀ ਰਾਜਧਾਨੀ ਹੈ ਕੀਵ, ਔਰ ਇਹ 2 ਨੰਬਰ ਦਾ ਸ਼ਹਿਰ ਹੈ। ਉਹ 2 ਨੰਬਰ ਦੀ ਕੋਸ਼ਿਸ਼ ਰੂਸ ਦੀ ਇਹ ਹੈ, ਦੇਖੋ ਹੁਣ ਜੋ ਖਬਰਾਂ ਸ਼ੁਰੂ ਚ ਆ ਰਹੀਆਂ ਕਿ ਉਹਨਾਂ ਨੇ ਜੋ ਆਪਣੀ ਸੈਨਾ ਦੀ ਸਲਾਹ ਬਣਾ ਕੇ, ਸਟ੍ਰੈਟਜੀ ਬਣਾ ਕੇ ਅੰਦਰ ਆਏ ਸੀ, ਉਹਦੇ ਚ ਅਸਫਲ ਰਹੇ ਨੇ, ਕਿਉਂਕਿ ਕੀਵ ਤੇ ਉਹ ਕਾਬੂ ਨਹੀਂ ਪਾ ਸਕੇ ਔਰ ਕਾਫੀ ਜਾਨੀ ਨੁਕਸਾਨ ਉਹਨਾਂ ਦਾ ਹੋਇਆ। ਖੁਦ ਹੀ ਮੰਨਿਆ 4-5 ਹਜ਼ਾਰ ਬੰਦੇ ਉਹਨਾਂ ਦੇ ਮਰ ਚੁੱਕੇ ਨੇ ਰੂਸ ਤੇ। ਤੋ ਇਸ ਕਰਕੇ ਉਹ ਚਾਹ ਰਿਹਾ ਸੀ, ਪੁਟਿਨ ਇਹ ਚਾਹ ਰਹੇ ਸੀਗੇ ਕਿ ਬੜੀ ਜਲਦੀ ਮੈਂ ਕਬਜ਼ਾ ਕਰ ਲਾਂ ਔਰ ਇੱਥੋਂ ਦੀ ਸਰਕਾਰ ਹਥਿਆਰ ਸਿੱਟ ਕੇ ਭੱਜੇ ਔਰ ਫੌਜਾਂ ਜਿਹੜੀਆਂ ਹੱਥ ਖੜੇ ਕਰ ਦੇਣ। ਔਰ ਕਿਉਂਕਿ ਲੋਕ ਸਾਡੇ ਨਾਲ ਨੇ, ਉਹਨਾਂ ਨੇ ਰੂਸ ਦੇ ਬੰਦਿਆਂ ਨੂੰ, ਰੂਸ 'ਚ ਆਪਣੇ ਲੋਕਾਂ ਨੂੰ ਇਹ ਦੱਸਿਆ ਕਿ ਇਹ ਚੰਦ ਬੰਦੇ ਨੇ ਜਿਨ੍ਹਾਂ ਨੇ ਉੱਥੇ ਸਰਕਾਰ ਕਾਬੂ ਕੀਤੀ ਹੋਈ ਹੈ ਯੂਕਰੇਨ ਦੇ ਵਿੱਚ। ਹਾਲਾਂਕਿ ਉਹ ਲੋਕਤੰਤਰ ਹੈ, ਹਾਲਾਂਕਿ ਉਹ ਜਿਹੜਾ ਰਾਸ਼ਟਰਪਤੀ ਹੈ ਬਹੁਤ ਵੋਟਾਂ ਨਾਲ ਜਿੱਤਿਆ। ਉਹ ਪੁਰਾਣਾ ਟੀਵੀ ਸਟਾਰ ਹੁੰਦਾ ਸੀ, ਜਿਵੇਂ ਆਪਣੇ ਵੀ ਪੰਜਾਬ ਦੀ ਇਲੈਕਸ਼ਨ 'ਚ ਕਈ ਹਸੀ ਮਜ਼ਾਕ ਦੇ ਸਟਾਰ ਐਤਕੀ ਖੜੇ ਹੋਏ ਹੈ, ਉਹ ਇੱਕ ਹਸੀ ਮਜ਼ਾਕ ਦਾ ਸਟਾਰ ਸੀ ਟੀਵੀ ਤੇ ਇਸ ਕਰਕੇ ਵੀ ਮੇਰੇ ਖਿਆਲ ਪੁਟਿਨ ਨੇ ਸੋਚਿਆ ਹੋਣਾ ਕਿ ਇਹ ਤਾਂ ਐਕਟਰ ਜਿਹਾ, ਇਹਨੇ ਕੀ ਕਰਨਾ ਹੈ। ਉਹਨੇ ਬਹੁਤ ਜ਼ਿਆਦਾ ਨੇਤਾਗਿਰੀ ਦਿਖਾ ਦਿੱਤੀ। ਉਹ ਅੜ ਗਿਆ ਜਦ ਅਮਰੀਕਾ ਨੇ ਉਹਨੂੰ ਕਿਹਾ ਕਿ ਤੈਨੂੰ ਅਸੀਂ ਬਾਹਰ ਕੱਢ ਲੈਂਦੇ ਹਾਂ। ਉਹ ਕਹਿੰਦਾ ਮੈਨੂੰ ਟੈਕਸੀ ਨਹੀਂ ਚਾਹੀਦੀ, ਮੈਨੂੰ ਹਥਿਆਰ ਚਾਹੀਦੇ ਹੈ। ਤਾਂ ਉਹ ਦੇਸ਼ ਉਹਦੇ ਨਾਲ ਖੜਾ ਹੋ ਗਿਆ। ਹੁਣ ਇਹਦੇ 'ਚ ਫਰਕ ਕੀ ਹੈ ਕਿ ਇੱਕ ਪਾਸੇ ਤਾਂ ਇੱਕ ਦੇਸ਼ ਦੇ ਲੋਕ ਨੇ ਜਿਹੜੇ ਫੌਜ ਹੈ ਔਰ ਗੈਰ ਫੌਜੀ ਵੀ ਜਿਹੜੇ ਰਿਟਾਇਰ ਹੋਏ, ਦੂਜੇ ਬੰਦੇ ਵਾਲੰਟੀਅਰ ਕਰਕੇ ਅੱਗੇ ਆ ਰਹੇ ਨੇ, ਉਹ ਉਹਨਾਂ ਦੀ ਸੈਨਾ ਨਾਲ ਖੜੇ ਨੇ। ਦੂਜੇ ਪਾਸੇ ਇੱਕ ਬਾਹਰਲੀ ਸੈਨਾ ਹੈ ਜਿਹਨੂੰ ਪਤਾ ਨਹੀਂ ਅਸੀਂ ਕਿਉਂ ਲੜ ਰਹੇ ਹਾਂ, ਕਿਉਂਕਿ ਯੂਕਰੇਨ ਦੇ ਜਿਹੜੇ ਬੰਦੇ ਹੈ ਉਹਨਾਂ ਦੀ ਭਾਸ਼ਾ ਵੀ ਮਿਲਦੀ ਰੂਸ ਦੇ ਨਾਲ, ਉਹਨਾਂ ਦਾ ਮਜ਼ਹਬ ਵੀ ਮਿਲਦਾ ਹੈ ਔਰ ਧਰਮ ਵੀ ਮਿਲਦਾ ਹੈ ਜ਼ਿਆਦਾਤਰ। ਤਾਂ ਇਸ ਕਰਕੇ ਉਹਨਾਂ ਦੀ ਫੌਜ, ਜਦ ਤੁਸੀਂ ਕਿਸੇ ਫੌਜ ਨੂੰ ਅਟੈਕ ਤੇ ਭੇਜਦੇ ਹੋ, ਉਹਨੂੰ ਦੱਸਣਾ ਪੈਂਦਾ ਦੁਸ਼ਮਣ ਕੌਣ ਹੈ ਤੁਹਾਡਾ, ਤੁਸੀਂ ਕਿਸ ਗੱਲ ਲਈ ਲੜ ਰਹੇ ਹੋ। ਤਾਂ ਮੈਨੂੰ ਲੱਗਦਾ ਰੂਸ ਦੀ ਫੌਜ ਥੋੜੀ ਜਿਹੀ ਬਦਲਾ ਜੀ ਗਈ ਹੈ। ਹੁਣ ਇਹਦੇ ਦੌਰਾਨ ਉਹਨਾਂ ਨੇ ਗੱਲਬਾਤ, ਦੂਸਰੇ ਪਾਸੇ ਇਹਨੇ ਪੁਟਿਨ ਨੇ ਸੋਚਿਆ ਸੀਗਾ ਕਿ ਯੂਰਪ ਦੇ ਵਿੱਚ ਤਰੇੜਾਂ ਆ ਜਾਣਗੀਆਂ, ਕਿਉਂਕਿ ਤੀਜਾ ਹਿੱਸਾ ਗੈਸ ਜਿਹੜੀ ਯੂਰਪ ਯੂਜ਼ ਕਰਦੀ ਹੈ, ਔਰ ਗੈਸ ਸਰਦੀਆਂ ਵਿੱਚ ਤਾਂ ਬਹੁਤ ਹੀ ਜ਼ਿਆਦਾ ਚਾਹੀਦੀ ਹੈ ਉੱਥੇ ਹੀਟਿੰਗ ਵਗੈਰਾ ਲਈ, ਉਹ ਰੂਸ ਤੋਂ ਆਉਂਦੀ ਹੈ ਯੂਰਪ ਦੀ। ਜਰਮਨੀ ਤਾਂ ਇਸ ਹੱਦ ਤਾਈਂ ਕਿ ਇੱਕ ਪਾਈਪਲਾਈਨ ਬਣ ਰਹੀ ਸੀ, ਉਹ ਨਾਰਡ ਸਟਰੀਮ 2 ਕਹਿੰਦੇ ਨੇ, ਜਿਹੜੀ ਸਿੱਧੀ ਗੈਸ ਪਾਈਪਲਾਈਨ ਬਾਲਟਿਕ ਦੇ ਸਮੁੰਦਰ ਦੇ ਨੀਚੋਂ ਲੈ ਕੇ ਜਰਮਨੀ ਨੂੰ ਆਉਣੀ ਸੀ। ਅਮਰੀਕਾ ਬੜੇ ਸਾਲਾਂ ਦਾ ਉਹਨਾਂ ਨੂੰ ਕਹਿ ਰਿਹਾ ਤੁਸੀਂ ਨਾ ਬਣਾਓ, ਤੁਸੀਂ ਇਹਨਾਂ ਤੇ ਆਪਣੇ ਨਿਰਭਰ ਨਾ ਹੋ, ਕਿਉਂਕਿ ਰੂਸ ਚਾਹੁੰਦਾ ਹੈ ਤੁਸੀਂ ਉਹਨਾਂ ਦੇ ਉੱਤੇ ਨਿਰਭਰ ਹੋਵੋਗੇ ਤਾਂ ਫਿਰ ਕੱਲ ਨੂੰ ਪੰਗਾ ਹੁੰਦਾ ਤਾਂ ਪ੍ਰੋਬਲਮ ਹੋਏਗੀ ਜੀ। ਸੋ ਰੂਸ ਨੇ ਸੋਚਿਆ ਸੀ ਕਿ ਇਹ ਤਰੇੜਾਂ ਪੈ ਜਾਣਗੀਆਂ ਯੂਰਪ ਦੇ ਵਿੱਚ, ਉੱਥੋਂ ਦੇ ਦੇਸ਼ ਨਹੀਂ ਚਾਹਣਗੇ ਕਿ ਰੂਸ ਦੇ ਨਾਲ ਪੰਗਾ ਲਈਏ। ਪਰ ਉਲਟਾ ਹੋਇਆ ਕੀ ਹੈ ਕਿ ਉਹ ਇੱਕਦਮ ਇਕੱਠੇ ਹੋ ਗਏ ਨੇ, ਔਰ ਜਿਹੜੇ ਦੇਸ਼ ਫਿਨਲੈਂਡ ਤੇ ਸਵੀਡਨ ਵਰਗੇ ਜਿਹੜੇ ਨੇਟੋ 'ਚ ਹੈ ਵੀ ਨਹੀਂ, ਉਹ ਵੀ ਹੁਣ ਗੱਲਬਾਤ ਉਹਨਾਂ ਨੇ ਸ਼ੁਰੂ ਕਰ ਲਈ ਕਿ ਅਸੀਂ ਵੀ ਸ਼ਾਇਦ ਨੇਟੋ ਜੁਆਇਨ ਕਰੀਏ। ਜੇ ਇਸ ਤਰੀਕੇ ਨਾਲ ਪੁਟਿਨ ਨੇ ਇਹ ਨਵਾਂ ਅਸੂਲ ਬਣਾਉਣਾ ਹੈ ਕਿ ਕੋਈ ਵੀ ਵੱਡਾ ਦੇਸ਼ ਕਿਸੇ ਦੂਜੇ ਦੇਸ਼ ਤੇ ਜਿਹੜਾ ਆਜ਼ਾਦ ਹੈ, ਲੋਕਤਾਂਤਰਿਕ ਹੈ,
ਉਹਦੀ ਸਰਹੱਦ ਪਾਰ ਕਰਕੇ ਤੁਸੀਂ ਜਦ ਮਰਜੀ ਉਹਦੇ ਤੇ ਕਾਬੂ ਕਰਨ ਦੀ ਕੋਸ਼ਿਸ਼ ਕਰ ਲਓ। ਇਹ ਤਾਂ ਚੀਨ ਕੱਲ ਨੂੰ ਨੇਪਾਲ ਚ ਆ ਜਾਏ ਜਾਂ ਭੂਟਾਨ ਚ ਆ ਜਾਏ, ਫਿਰ ਉਹਦਾ ਅਸੀਂ ਕੀ ਜਵਾਬ ਦੇਵਾਂਗੇ? ਸੋ ਇਸ ਕਰਕੇ ਤਾਂ ਧੱਕੇਸ਼ਾਹੀ ਹੈ। ਇੱਕ ਉਹ ਇਤਿਹਾਸ ਦੇ ਪਲਟਿਆਂ ਨੂੰ ਵਾਪਸ ਪਲਟਣ ਦੇ ਪੇਜਸ ਨੂੰ ਉਲਟਾਉਣਾ ਚਾਹੁੰਦਾ ਹੈ, ਵਾਪਸ ਲਿਜਾਣਾ ਚਾਹੁੰਦਾ 1991 ਚ ਜਦ ਸੋਵੀਅਤ ਯੂਨੀਅਨ ਟੁੱਟਿਆ ਸੀ। ਫਿਰ ਇਹਨਾਂ ਨੇ ਸਾਰੇ ਦੇਸ਼ਾਂ ਨੇ ਰਲ ਕੇ ਉਹ ਹਥਿਆਰ ਦੇ ਰਹੇ ਨੇ ਯੂਕਰੇਨ ਨੂੰ, ਆਪਣੀਆਂ ਫੌਜਾਂ ਨਹੀਂ ਭੇਜੀਆਂ, ਲੇਕਿਨ ਉਹਨਾਂ ਨੇ ਉਹਨਾਂ ਦੇ ਬੈਂਕਿੰਗ ਤੇ ਦੂਜੇ ਜਿਹੜੇ ਸ਼ਿਕੰਜੇ ਆ ਉਹ ਕੱਸ ਦਿੱਤੇ। ਸਵਿਫਟ ਨਾਲੋਂ ਜਿਹੜਾ ਤੋੜ ਦਿੱਤਾ ਰੂਸ ਨੂੰ। ਦੇਖੋ ਪਿਛਲੇ 2 ਦਿਨ ਦੀ, ਅੱਜ ਮੰਗਲਵਾਰ ਹੈ, ਸੋਮ ਤੇ ਮੰਗਲਵਾਰ ਰਸ਼ੀਆ ਦੀ ਮਾਰਕੀਟ ਨਹੀਂ ਖੁੱਲੀ, ਸ਼ੇਅਰ ਮਾਰਕੀਟ, ਸ਼ੇਅਰ ਬਾਜ਼ਾਰ ਬੰਦ ਹੈ। ਉਹਨਾਂ ਨੂੰ ਪਤਾ ਹੈ ਜੇ ਖੋਲਿਆ ਤਾਂ ਇੱਕਦਮ ਗਿਰਨਗੇ ਸਾਰੇ ਸ਼ੇਅਰ। ਰੂਬਲ ਜਿੱਥੇ 40-50 ਰੂਬਲ ਹੁੰਦੇ ਸੀ ਡਾਲਰ ਚੋਂ 100 ਤੇ ਉੱਤੇ ਟੱਪਿਆ ਹੋਇਆ ਹੈ। ਸੋ ਇਸ ਕਰਕੇ ਇਕਨੋਮਿਕ ਸੱਟ ਤਾਂ ਉਹਨੂੰ ਵੱਜ ਰਹੀ ਹੈ ਬੜੀ ਰੂਸ ਨੂੰ। ਹੁਣ ਰੇਸ ਹੈ, ਇਸ ਗੱਲ ਦੀ ਰੇਸ ਹੈ ਕਿ ਇਹ ਕਿੰਨਾ ਚਿਰ ਰੁਕ ਸਕਦੇ ਹੈ ਕੀਵ ਵਾਲੇ, ਕਿ ਰੂਸ ਇਹਨਾਂ ਦਾ ਕਬਜ਼ਾ ਕਰ ਲੇਗਾ, ਜਾਂ ਫਿਰ ਇਹ ਜੇ ਕਬਜ਼ਾ ਨਹੀਂ ਕਰ ਸਕਦਾ ਅਗਲੇ ਹਫਤੇ 10 ਦਿਨ ਚ, ਫਿਰ ਮੈਨੂੰ ਲੱਗਦਾ ਹੈ ਰੂਸ ਦੇ ਉੱਤੇ ਜਿਹੜੇ ਸ਼ਿਕੰਜੇ ਕੱਸੇ ਜਾ ਰਹੇ ਹੈ ਪੁਟਿਨ ਦੇ ਖਿਲਾਫ, ਇਹਦੇ ਆਪਣੇ ਲੋਕ, ਆਪਣੀਆਂ ਫੌਜਾਂ ਵੀ ਇਹਦੇ ਖਿਲਾਫ ਹੋ ਸਕਦੀਆਂ। ਕਿਉਂਕਿ ਜੇ ਬੰਦੇ ਇੱਥੇ ਮਰੀ ਗਏ, ਕੁਝ ਕਰ ਤੁਸੀਂ ਸਕੇ ਨਾ, ਫਿਰ ਇਹੋ ਜਿਹੇ ਜਿਹੜੇ ਦੇਸ਼ ਹੁੰਦੇ ਆ ਉਹਦੇ ਚ ਉਹਦੀ ਫੌਜ ਹੀ ਤੈਅ ਕਰਦੀ ਹੈ ਫਿਰ ਅਗਲਾ ਰਾਸ਼ਟਰਪਤੀ ਕੌਣ ਹੋਊਗਾ। ਹੁਣ ਇਹਦੇ ਚ ਖਤਰਾ ਕੀ ਹੈ ਕਿ ਪੁਟਿਨ ਕਿਉਂਕਿ ਪਿੱਛੇ ਜਾਂਦਾ ਤਾਂ ਮਰਦਾ ਹੈ, ਅੱਗੇ ਜਾਂਦਾ ਤਾਂ ਫਸਿਆ ਹੈ, ਉਹ ਡੈਸਪਰੇਟ ਹੋ ਗਿਆ, ਬਹੁਤ ਜ਼ਿਆਦਾ ਬਦਲਾ ਗਿਆ। ਹੁਣ ਜਿਹੜੀਆਂ ਕੱਲ ਦੀਆਂ ਪਿਕਚਰਾਂ, ਸੈਟਲਾਈਟ ਦੀਆਂ ਫੋਟੋਆਂ ਆ ਰਹੀਆਂ, ਇੱਕ ਪਤਾ ਨਹੀਂ 15 ਮੀਲ ਲੰਬਾ ਕਾਫਲਾ ਜਿਹਦੇ ਚ ਫੌਜੀ ਗੱਡੀਆਂ, ਟੈਂਕ ਤੁਰੇ ਆ ਰਹੇ ਨੇ ਯੂਕਰੇਨ ਕਨੀ ਨੂੰ। ਹੁਣ ਇਹਦਾ ਇਹ ਇਹਨਾਂ ਦੇ ਮਨੋਬਲ ਤੇ ਅਸਰ ਪਾਉਣ ਦਾ ਵੀ ਤਰੀਕਾ ਹੈ ਕਿ ਇਹਨਾਂ ਨੂੰ ਦਿਖਾਈਏ ਕਿ ਮੈਂ ਇੰਨੀ ਜ਼ਿਆਦਾ ਫੌਜ ਸਿੱਟ ਦੂੰਗਾ ਲਿਆ ਕੇ ਕਿ ਤੁਹਾਨੂੰ ਅਸੀਂ ਘੇਰ ਲਾਂਗੇ, ਤੁਹਾਨੂੰ ਛੱਡਾਂਗੇ ਨਹੀਂ। ਸਰਦਾਰ ਕੇਸੀ ਸਿੰਘ ਜੀ, ਸਵਾਲ ਇੱਥੇ ਇਹ ਵੀ ਹੈ ਕਿ ਇੱਕ ਪਾਸੇ ਗੱਲਬਾਤ ਦਾ ਮੁਹਾਂਦਰਾ ਛਿੜਿਆ ਹੋਇਆ ਕਿ ਗੱਲਬਾਤ ਜ਼ਰੀਏ ਇਸ ਮਸਲੇ ਦਾ ਹੱਲ ਕੱਢੀਏ, ਦੂਜੇ ਪਾਸੇ ਇਸ ਤਰੀਕੇ ਦੇ ਨਾਲ ਹਮਲੇ ਕਰਨੇ ਲਗਾਤਾਰ। ਤੁਹਾਨੂੰ ਕੀ ਲੱਗਦਾ ਕਿ ਗੱਲਬਾਤ ਜ਼ਰੀਏ ਕੋਈ ਮਸਲਾ ਹੱਲ ਹੋਣ ਦੀ ਉਮੀਦ ਤੁਹਾਨੂੰ ਜਾਗਦੀ ਹੈ? ਦੇਖੋ ਦੇਖੋ ਸ਼ੁਰੂ ਜਿਹੜੀ ਆਈ ਸੀ, ਰੂਸ ਨੇ ਕਿਹਾ ਸੀ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ, ਤੁਸੀਂ ਹਥਿਆਰ ਸਿੱਟ ਦਿਓ ਜੀ। ਹੁਣ ਇਹ ਤਾਂ ਫਿਰ ਗੱਲਬਾਤ ਕੀ ਰਹਿ ਗਈ ਜੇ ਤੁਸੀਂ ਹਥਿਆਰ ਸਿੱਟ ਦਿਓ? ਇਹ ਤਾਂ ਕੋਈ ਜ਼ਿਆਦਾ ਸਿਆਣੀ ਗੱਲ ਨਹੀਂ ਉਹਨਾਂ ਨੇ ਕੀਤੀ, ਐਵੇਂ ਧਮਕੀ ਵਾਲੀ ਗੱਲ ਸੀ। ਇਹਨਾਂ ਨੇ ਕਿਹਾ ਕਿ ਨਹੀਂ ਅਸੀਂ ਹਥਿਆਰ ਨਹੀਂ ਸਿੱਟਨੇ, ਤੁਸੀਂ ਚਲੀ ਚਲੋ। ਫਿਰ ਬੈਲਾਰੂਸ ਦੇ ਰਾਸ਼ਟਰਪਤੀ, ਜਿਹੜਾ ਰੂਸ ਦੀ ਵੱਲ ਹੈ ਜਿੱਥੋਂ ਫੌਜਾਂ ਵੀ ਆ ਰਹੀਆਂ, ਰੂਸ ਨੇ ਇਹ ਕਿਹਾ ਤੁਸੀਂ ਬੈਲਾਰੂਸ ਚ ਆ ਕੇ ਗੱਲ ਕਰੋ। ਉਹ ਇਹਨਾਂ ਦੇ ਯੂਕਰੇਨ ਦੇ ਰਾਸ਼ਟਰਪਤੀ ਨੇ ਕਹਿਤਾ ਜੇ ਸਾਰਾ ਅਟੈਕ ਉੱਥੋਂ ਆ ਰਿਹਾ ਹੈ ਉਸ ਦੇਸ਼ ਦੇ ਵਿੱਚੋਂ, ਉਹਦੇ ਅੰਦਰ ਜਾ ਕੇ ਅਸੀਂ ਕਿਵੇਂ ਗੱਲ ਕਰ ਸਕਦੇ ਹਾਂ? ਤੇ ਕੋਈ ਸਾਰੇ ਤੋਂ ਇਹ ਲੱਗਦਾ ਕਿ ਪੁਟਿਨ ਚਾਹ ਰਿਹਾ ਸੀ ਕਿ ਗੱਲ ਵੀ ਕਰਾਂ, ਪਰ ਮੈਂ ਦਬਕੀ ਦੇ ਕੇ ਦੇਖਣ ਨੂੰ ਇਹ ਲੱਗੇ ਕਿ ਝਿਪਕੇ ਆ ਰਹੇ ਨੇ, ਇਹ ਦਬ ਕੇ ਆ ਰਹੇ ਨੇ ਜੀ ਮੇਰੇ ਨਾਲ ਗੱਲ ਕਰਨ। ਇਹ ਯੂਕਰੇਨ ਵਾਲੇ ਅੜ ਗਏ। ਫਿਰ ਗੱਲਬਾਤ ਬਿਲਕੁਲ ਸਰਹੱਦ ਤੇ ਹੋਈ ਹੈ ਕੱਲ ਬੈਲਾਰੂਸ ਤੇ, 4-5 ਘੰਟੇ ਗੱਲ ਹੋਈ ਗਈ। ਦੋਨੋਂ ਡੈਲੀਗੇਸ਼ਨਸ ਨੇ ਇਹ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਇਹ ਜੋ ਕੁਝ ਨਿਕਲਣਾ ਨਹੀਂ। ਰੂਸ ਵਾਲਿਆਂ ਨੇ ਵੀ ਕਿਹਾ ਕਿ ਕੁਝ ਮੁੱਦੇ ਹੈਗੇ ਜਿਨ੍ਹਾਂ ਤੇ ਅੱਗੇ ਵੱਧ ਸਕਦੇ ਆ। ਅੱਛਾ, ਹੁਣ ਗੱਲ ਇੱਥੇ ਆਉਂਦੀ ਹੈ ਕਿ ਸੀਜ਼ ਫਾਇਰ, ਇਹਨਾਂ ਨੇ ਇਹ ਕਿਹਾ ਯੂਕਰੇਨ ਨੇ ਕਿ ਤੁਸੀਂ ਗੱਲਬਾਤ ਅੱਗੇ ਕਰਨੀ ਹੈ, ਪਹਿਲਾਂ ਗੋਲੀਬਾਰੀ ਬੰਦ ਕਰੋ, ਸੀਜ਼ ਫਾਇਰ ਕਰੋ। ਅੱਛਾ, ਹਾਲੇ ਗੱਲਬਾਤ ਖਤਮ ਨਹੀਂ ਹੋਈ ਜਦ ਇਹਨਾਂ ਨੇ ਮਿਸਾਈਲ ਅਟੈਕ ਖਾਰਕੀਵ ਦੇ ਉੱਤੇ ਕਰ ਦਿੱਤਾ, ਕਿਉਂਕਿ ਇਹਨਾਂ ਨੂੰ ਗੁੱਸਾ ਬੜਾ ਹੈ ਰੂਸ ਨੂੰ। ਕੱਲ ਇਹਨਾਂ ਨੇ ਕਹਿ ਦਿੱਤਾ ਸੀ ਅਸੀਂ ਖਾਰਕੀਵ ਰੋਕ ਲਿਆ। ਉਹ ਸ਼ਹਿਰ ਦੇ ਜਦ ਅੰਦਰ ਆਏ ਇਹਨਾਂ ਨੇ ਕਾਊਂਟਰ ਅਟੈਕ ਕੀਤਾ, ਉਹਨਾਂ ਨੂੰ ਦਬਾਲਤਾ ਰੂਸ ਨੂੰ, ਔਰ ਉਹਨਾਂ ਦੇ ਬੰਦੇ ਮਾਰਤੇ ਸੀ। ਹੁਣ ਤਾਂ ਹੀ ਸਟ੍ਰੈਟਜੀ ਕੀ ਹੈਗੀ ਹੈ, ਕਿਉਂਕਿ ਇਹ ਕਾਫੀ 5-6 ਮਹੀਨੇ ਦੇ ਯੂਕਰੇਨ ਵਾਲੇ ਗੱਲਬਾਤ ਕਰ ਰਹੇ ਸੀ ਨੇਟੋ ਫੋਰਸਿਸ ਨਾਲ, ਤੇ ਨੇਟੋ ਨੇ ਸਾਰੀ ਇਹਨਾਂ ਨੂੰ ਸਟ੍ਰੈਟਜੀ ਬਣਾ ਕੇ ਤੇ ਹਥਿਆਰ ਉਹਦੇ ਮੁਤਾਬਕ ਦਿੱਤੇ ਨੇ। ਜਿਵੇਂ ਜੈਵਲਿਨ ਮਿਸਾਈਲ ਹੈ, ਉਹ 3 ਮੀਟਰ ਲੰਬਾ ਹੈ, ਮੋਢੇ ਦੇ ਉੱਤੇ ਲੱਗ ਜਾਂਦਾ, ਉੱਥੋਂ ਫਾਇਰ ਕਰਦੇ ਆ ਉਹਨੂੰ। ਉਹ ਸਿੱਧਾ ਟੈਂਕ ਤੇ ਨਹੀਂ ਜਾਂਦਾ, ਉਹ ਟੈਂਕ ਨੂੰ ਅਕਵਾਇਰ ਕਰ ਲੈਂਦਾ ਹੈ, ਫਿਰ ਬਹੁਤ ਉੱਚਾ ਜਾਂਦਾ ਹੈ ਔਰ ਉੱਚਾ ਜਾ ਕੇ ਉੱਤੋਂ ਗਿਰਦਾ ਟੈਂਕ ਦੇ ਉੱਤੇ। ਨਹੀਂ ਤਾਂ ਚਾਰੋਂ ਪਾਸੇ ਜਿਹੜੀ ਟੈਂਕ ਦੀ ਡਿਫੈਂਸ ਹੁੰਦੀ ਹੈ ਉਹਦੇ ਖਿਲਾਫ ਕੰਮ ਨਹੀਂ ਕਰਦੀ। ਤਾਂ ਹੀ ਜਿਹੜੀਆਂ ਪਿਕਚਰਾਂ ਅਸੀਂ ਦੇਖ ਰਹੇ ਹਾਂ, ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਇਹ 350 ਦਾ ਜੈਵਲਿਨ ਮਿਸਾਈਲ ਦਿੱਤੇ ਹੋਏ ਆ ਅਮਰੀਕਨਾਂ ਨੇ ਇਹਨਾਂ ਨੂੰ। ਅੱਛਾ, ਹੁਣ ਉਹ ਜੈਵਲਿਨ ਦੇ ਹੁੰਦੇ ਹੋਏ ਇਹ ਨੁਕਸਾਨ ਹੋਈ ਜਾ ਰਿਹਾ, ਅੰਦਰ ਆ ਨਹੀਂ ਸਕਦੇ ਰੂਸ ਵਾਲੇ। ਉਹ ਰੂਸ ਫਿਰ ਇਸ ਗੱਲ ਤੋਂ ਹੁਣ ਔਖਾ ਹੈ ਕਿ ਗੱਲ ਕਿਵੇਂ ਚੱਲੂਗੀ, ਕਦ ਚੱਲੂਗੀ। ਜਾਂ ਤਾਂ ਇਹ ਹਥਿਆਰ ਸਿੱਟ ਦੇਣ, ਜਾਂ ਰੂਸ ਸਮਝ ਲਏ ਕਿ ਹੁਣ ਫਾਇਦਾ ਘੱਟ ਹੈ, ਨੁਕਸਾਨ ਜ਼ਿਆਦਾ ਹੈ। ਜਿਵੇਂ ਮੈਂ ਕਿਹਾ, ਦੂਜੇ ਪਾਸੇ ਉਹਨਾਂ ਤੇ ਸ਼ਿਕੰਜਾ ਕੱਸ ਦਿੱਤਾ, ਉਹਨਾਂ ਦੇ ਬੈਂਕਾਂ ਤੇ। ਅੱਜ ਜਿਹੜੀ ਸਾਰਿਆਂ ਤੋਂ ਵੱਡੀ ਦੁਨੀਆ ਦੀ ਕੰਟੇਨਰ ਕੰਪਨੀ ਹੈ ਮੈਰਸਕ, ਉਹਨੇ ਕਹਿਤਾ ਅਸੀਂ ਨਾ ਕੰਟੇਨਰ ਲਿਆਵਾਂਗੇ ਨਾ ਉੱਥੇ ਦੇ ਕੇ ਆਵਾਂਗੇ। ਇਹਦਾ ਮਤਲਬ ਥੋੜੀ ਤਜਾਰਤ ਬਿਲਕੁਲ ਠੱਪ ਹੋ ਜਾਏਗੀ। ਤੁਹਾਡੀ ਆਇਲ ਤੇ ਗੈਸ ਆ ਰਹੀ ਹੈ ਜਿਹੜੀ, ਉਹਦਾ ਵੀ ਇਹ ਕੋਈ ਨਾ ਕੋਈ ਸਾਧਨ ਲੱਭਣਗੇ ਕਿ ਉਹ ਖਰੀਦਣੀ ਵੀ ਬੰਦ ਕਰ ਦਈਏ, ਕਿਉਂਕਿ
ਰੂਸ ਦੀਆਂ ਜਿਹੜੀਆਂ ਐਕਸਪੋਰਟਸ ਹੈ ਉਹਦੇ ਚੋਂ ਅੱਧੇ ਤੋਂ ਜ਼ਿਆਦਾ ਐਕਸਪੋਰਟਸ ਇੰਡੀਆ ਦੀਆਂ ਆਇਲ ਤੇ ਗੈਸ, ਤੇਲ ਤੇ ਗੈਸ ਦੀਆਂ। ਜੀ ਹੌਲੀ ਹੌਲੀ ਜੇ ਉਹਦਾ ਵੀ ਬੰਦ ਹੋ ਜਾਏ ਬਾਹਰ ਭੇਜਣਾ, ਫਿਰ ਇਹ ਜਿਹੜੇ ਇਹਨਾਂ ਨੇ ਇਹ ਸਮਝਦੇ ਆ $600 ਬਿਲੀਅਨ ਸਾਡੇ ਕੋਲ ਫੋਰਨ ਐਕਸਚੇਂਜ ਹੈ, ਔਰ ਇਹਨਾਂ ਦੇ ਸੈਂਟਰਲ ਬੈਂਕ ਤੇ ਵੀ ਸ਼ਿਕੰਜੇ ਕੱਸਤੇ ਤਾਂ ਕਿ ਉਹ ਪੈਸੇ ਕੱਢ ਨਾ ਸਕਣ ਜਿਹੜੇ ਉਹਨਾਂ ਕੋਲ ਨੇ, ਤਾਂ ਫਿਰ ਇਹ ਦਿੱਕਤ ਵੱਧਦੀ ਜਾਏਗੀ। ਤਾਂ ਇਸ ਲਈ ਯੂਕਰੇਨ ਲਈ ਅਗਲਾ ਹਫਤਾ ਬਹੁਤ ਜ਼ਰੂਰੀ ਹੈ। ਜੇ ਉਹ ਅੜੇ ਰਹਿੰਦੇ ਆ, ਜਿਹੜੀਆਂ ਵੱਡੀਆਂ ਇੰਨੀ ਲੰਬੀ ਕਹਿ ਰਹੇ ਜੀ 15 ਕਿਲੋਮੀਟਰ ਲੰਬੀ ਇੱਕ ਫੌਜੀ ਲਾਈਨ ਕਤਾਰ ਰੂਸੀ ਸੈਨਾ ਦੀ ਆ ਰਹੀ ਹੈ, ਨਾਲੇ ਉਹਨੇ ਕਿਹਾ ਬੈਲਾਰੂਸ ਦੇ ਵੀ ਜਿਹੜੇ 50,000 ਫੌਜੀ ਆ ਉਹ ਵੀ ਇਹਦੇ ਵਿੱਚ ਸ਼ਾਮਲ ਹੋ ਜਾਣਗੇ। ਤੁਸੀਂ ਕਿਹਾ ਹੁਣ ਇਹ ਜਾਂਦਾ ਹੈ ਕਿ ਇਹ ਲੜਾਈ ਲਿਆ ਰਹੇ ਨੇ ਸ਼ਹਿਰਾਂ ਦੇ ਵਿੱਚ, ਇਹ ਕਹਿ ਰਹੇ ਕਿ ਬਾਹਰ ਮੈਦਾਨ 'ਚ ਨਾ ਲੜੋ, ਉਹਨਾਂ ਕੋਲ ਟੈਂਕ ਜ਼ਿਆਦਾ ਨੇ, ਉਹਨਾਂ ਕੋਲ ਹਵਾਈ ਜਹਾਜ਼ ਨੇ, ਅਸੀਂ ਇਹਨਾਂ ਨੂੰ ਸ਼ਹਿਰ ਦੇ ਅੰਦਰ ਖਿੱਚੋ। ਸ਼ਹਿਰ ਦੇ ਅੰਦਰ ਜਦ ਲੜਾਈ ਹੁੰਦੀ ਹੈ, ਉਹ ਜਿਹੜਾ ਟੈਂਕ ਹੁੰਦਾ ਹੈ ਉਹ ਤੁਹਾਡੇ ਲਈ ਮੁਸ਼ਕਿਲ ਬਣ ਜਾਂਦੀ ਹੈ, ਕਿਉਂਕਿ ਉਹ ਬਾਏਂ ਦਾਏਂ ਨਹੀਂ ਜਾ ਸਕਦਾ, ਹਾਥੀ ਵਾਂਗੂ ਫਸ ਜਾਂਦਾ ਹੈ। ਫਿਰ ਆਲੇ ਦੁਆਲੇ ਦੀਆਂ ਇਮਾਰਤਾਂ ਤੋਂ ਤੁਸੀਂ ਉਹਦੇ ਤੇ ਮਿਸਾਈਲ ਫਾਇਰ ਕਰੋ, ਉੱਥੇ ਖਤਮ ਹੋ ਜਾਂਦਾ ਹੈ ਜੀ। ਸੋ ਉਹਨਾਂ ਨੂੰ ਅੰਦਰ ਖਿੱਚ ਰਹੇ ਨੇ ਸ਼ਹਿਰ ਦੇ, ਫਿਰ ਉਹਨਾਂ ਨੂੰ ਘੇਰ ਕੇ ਮਾਰ ਰਹੇ ਨੇ। ਹੁਣ ਕਿਹਾ ਇਹ ਜਾਂਦਾ ਹੈ ਰੂਸ ਦਾ ਵੀ ਜਿਹੜਾ ਡਾਕਟਰਿਨ ਹੈ, ਹਾਲਾਂਕਿ ਪੱਛਮੀ ਦੇਸ਼ਾਂ ਦਾ ਫਰਕ ਹੈ ਕਿ ਜੇ ਤੁਸੀਂ ਸ਼ਹਿਰ ਦੇ ਅੰਦਰ ਜਾ ਕੇ ਕਾਬੂ ਕਰਨਾ ਹੈ ਔਰ ਲੋਕ ਹੋਣ, ਜਿਵੇਂ ਅਸੀਂ ਸ੍ਰੀਲੰਕਾ 'ਚ ਦੇਖੇ ਸਾਡੀ ਫੌਜ ਦੀ ਕੀ ਬੁਰੀ ਹਾਲਤ ਕੀਤੀ ਸੀ ਉੱਥੋਂ ਦੇ LTTE ਨੇ, ਤਾਂ ਤੁਹਾਨੂੰ 7 ਗੁਣੇ ਬੰਦੇ ਚਾਹੀਦੇ। ਜੇ ਉਹਨਾਂ ਕੋਲ 1 ਲੱਖ ਬੰਦਾ ਹੈ ਤਾਂ 7 ਲੱਖ ਬੰਦਾ ਚਾਹੀਦਾ ਤੁਹਾਨੂੰ ਸ਼ਹਿਰ ਕਾਬੂ ਕਰਨ ਨੂੰ। ਹੁਣ 35 ਲੱਖ ਦਾ ਸ਼ਹਿਰ ਹੈ ਕੀਵ, ਚਲੋ ਸਾਰੇ ਬੰਦੇ ਨਹੀਂ ਰਹਿਣਗੇ, ਜਨਾਨੀਆਂ ਰਹਿਣਗੇ, ਬੱਚੇ ਨਹੀਂ ਰਹਿਣਗੇ। ਜੇ ਮੈਂ ਕਹਿੰਦਾ 20-30 ਹਜ਼ਾਰ ਬੰਦਾ ਵੀ ਉਹਦੇ 'ਚ ਹੈ ਲੜਾਕੂ, ਤਾਂ ਤੁਹਾਨੂੰ 1.5 ਲੱਖ ਬੰਦਾ ਤਾਂ ਉਹੀ ਚਾਹੀਦਾ। 2 ਲੱਖ ਬੰਦੇ ਤਾਂ ਸਾਰੇ ਲਾਏ ਆ ਫੌਜ ਦੇ। ਫਿਰ ਖਾਰਕੀਵ ਆ ਗਿਆ, ਫਿਰ ਇਹਨਾਂ ਨੇ ਦੱਖਣੀ ਪਾਸੇ। ਸੋ ਪੁਟਿਨ ਇਸ ਵੇਲੇ ਗਿਆ ਫਸ। ਹੁਣ ਉਹ ਫਸਿਆ ਬੰਦਾ ਦੋ ਹੀ ਕੰਮ ਕਰਦਾ, ਜਾਂ ਤਾਂ ਸਿਆਣਾ ਹੋਵੇ, ਲੱਭੇ ਕਿ ਮੈਂ ਚਿਹਰਾ ਕਿਵੇਂ ਬਚਾ ਕੇ ਨਿਕਲ ਜਾਂ, ਜਾਂ ਫਿਰ ਉਹ ਹੋਰ ਜ਼ਿਆਦਾ ਹਥਿਆਰ ਲਿਆਏਗਾ, ਹੋਰ ਜ਼ਿਆਦਾ ਨੁਕਸਾਨ ਕਰੇਗਾ। ਮੈਨੂੰ ਲੱਗਦਾ ਇੱਧਰ ਨੂੰ ਜਾ ਰਿਹਾ। ਹਲੇ ਪੁਟਿਨ ਉਸ ਲੈਵਲ ਤੇ ਨਹੀਂ ਪਹੁੰਚਿਆ ਜਿੱਥੇ ਉਹ ਸਮਝੇ ਉਹਦੀ ਗਲਤੀ ਹੋ ਗਈ ਹੈ, ਮੈਂ ਲੱਭ ਲਾਂ ਜਿਹੜਾ ਕੋਈ ਤਰੀਕਾ। ਕਿਉਂਕਿ ਹੋ ਸਕਦਾ ਜੇ ਇਸ ਵੇਲੇ ਉਹ ਗਲਤੀ ਮੰਨ ਕੇ ਵਾਪਸ ਜਾਂਦਾ ਹੈ, ਫਿਰ ਉਹਦੀ ਫੌਜ ਵੀ ਉਹਨੂੰ ਮਾਫ ਨਾ ਕਰੇ, ਫਿਰ ਉਹਦੀ ਆਪਣੀ ਕੈਬਨਿਟ, ਉਹ ਪਹਿਲਾਂ ਸਾਊ ਜੇ ਬਣੇ ਬੈਠੇ ਹੈ। ਪਰ ਜੇ ਤੁਸੀਂ ਗਲਤੀ ਕਰ ਆਓ, ਇਹ ਜਿਹੇ ਦੇਸ਼ ਹੁੰਦੇ ਆ ਜਿਹਦੇ 'ਚ ਇੱਕ ਬੰਦੇ ਕੋਲ ਅਖਤਿਆਰ ਹੁੰਦਾ ਹੈ, ਫਿਰ ਉਹਦਾ ਸਫਾਇਆ ਵੀ ਹੋ ਜਾਂਦਾ, ਕਿਉਂਕਿ ਉਹਦੇ ਜਿਹੜੇ ਉਹਦੇ ਨਾਲ ਹੀ ਹੁੰਦੇ ਬੰਦੇ ਉਹਦੇ ਖਿਲਾਫ ਹੋ ਜਾਂਦੇ ਆ। ਉਹ ਕਹਿੰਦੇ ਕਿ ਤੂੰ ਗਲਤੀ ਕਿਉਂ ਕੀਤੀ ਬਾਈ, ਕਿਉਂਕਿ ਉਹ ਕਿਸੇ ਨੂੰ ਪੁੱਛ ਕੇ ਤਾਂ ਕਰਦੇ ਨਹੀਂ ਇਹ ਜਿਹੇ ਬੰਦੇ ਗਲਤੀ। ਇਹ ਫੈਸਲੇ ਸਾਰੇ ਭਾਵੇਂ ਹਿਟਲਰ ਹੋਵੇ, ਇਹ ਹੋਵੇ, ਆਪਣੇ ਆਪ ਹੀ ਕਰਨਾ ਇੱਕ ਬੰਦੇ ਨੇ। ਸੋ ਅਗਲੇ ਹਫਤੇ ਉਹ ਬੱਚਿਆਂ ਲਈ ਜਿਹੜੇ ਸਾਡੇ ਫਸੇ ਹੋਏ ਹੈ, ਉਹ ਚੁਣੌਤੀ ਦੇ ਨੇ। ਦੇਖੋ ਇੱਥੋਂ ਦੀ ਸਰਕਾਰ ਨੇ ਤੜਾਤੜ ਹੁਣ 4 ਮਿਨਿਸਟਰ ਭੇਜਦੇ, ਅੱਗ ਲੱਗੀਆਂ ਹੁਣ ਫਾਇਰ ਬ੍ਰਿਗੇਡ ਭੇਜ ਰਹੇ ਆ। ਇਹ ਤੁਹਾਨੂੰ ਲੱਗਦਾ ਕਿ ਸਰ ਇਹਦੇ ਵਿੱਚ ਦੇਰੀ ਹੋ ਗਈ ਹੈ, ਕਿਉਂਕਿ ਪਹਿਲਾਂ ਭਾਰਤ ਹੱਥ ਤੇ ਹੱਥ ਧਰ ਕੇ ਬੈਠਾ ਰਿਹਾ, ਸ਼ਾਇਦ ਲੱਗਦਾ ਸੀ ਕਿ ਲੜਾਈ ਨਹੀਂ ਹੋਏਗੀ ਰੂਸ ਯੂਕਰੇਨ ਦੇ ਵਿੱਚ, ਮਾਮਲਾ ਇਦਾਂ ਹੀ ਬੈਠ ਕੇ ਸੁਲਝ ਜਾਵੇਗਾ। ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਖੁੰਝੇ ਨੇ ਭਾਰਤੀ ਜਿਹੜੀ ਆਪਣਾ ਸਰਕਾਰ ਹੈਗੀ ਹੈ ਇਹ ਸਾਰੇ ਮਸਲੇ ਦੇ ਵਿੱਚ? ਇਹਨਾਂ ਨੇ 2-3 ਗਲਤੀਆਂ ਕੀਤੀਆਂ। ਇੱਕ ਤਾਂ ਪਹਿਲੀ ਤਾਂ ਜਦ ਅਮਰੀਕਾ ਦਾ ਰਾਸ਼ਟਰਪਤੀ 15 ਫਰਵਰੀ ਨੂੰ ਉਹਨੇ ਦੁਹਰਾਇਆ ਆਪਣੀ ਵਾਰਨਿੰਗ, ਉਹਨੇ ਉਦੋਂ ਹਫ਼ਤਾ ਪਹਿਲਾਂ ਵੀ ਦਿੱਤੀ ਹੈ, 24 ਨੂੰ ਅਟੈਕ ਹੋਇਆ, ਉਹ ਕਿ 15 ਦਿਨ ਪਹਿਲਾਂ ਦੀ ਦਵਾਈ ਪਾ ਰਿਹਾ ਸੀ ਕਿ ਸਾਡੀ ਇੰਟੈਲੀਜੈਂਸ ਇਹ ਕਹਿ ਰਹੀ ਹੈ, ਕਿਉਂਕਿ ਉਹਨੂੰ ਪਤਾ ਲੱਗ ਰਿਹਾ ਸੀਗਾ, ਉਹ ਦੇਖ ਰਹੇ ਸੀਗੇ ਫੌਜ ਜਿਸ ਤਾਦਾਦ ਤੇ ਰੂਸ ਲੈ ਕੇ ਆਇਆ ਬੈਲਾਰੂਸ 'ਚ, ਉੱਥੇ ਐਕਸਰਸਾਈਜ਼ ਕਰ ਰਹੀ ਸੀ ਇਹਨਾਂ ਦੀ ਫੌਜ, ਉਹ ਉੱਥੇ ਹੀ ਛੱਡਤੀ ਆਪਣੀ ਉਨੀ। ਫਿਰ ਉਹ ਕਹਿੰਦਾ ਇਹ ਫੀਲਡ ਹਸਪੀਟਲ ਲੈ ਕੇ ਆਏ ਨੇ। ਉਹ ਤਾਂ ਹੀ ਹੁੰਦਾ ਜੇ ਤੁਹਾਨੂੰ ਪਤਾ ਤੁਹਾਡੇ ਬੰਦੇ ਜ਼ਖਮੀ ਹੋਣਗੇ, ਤੁਸੀਂ ਐਵੇਂ ਡਰਾ ਨਹੀਂ ਰਹੇ। ਅੱਛਾ, ਦੂਜਾ ਉਹਨੇ ਫਿਰ 15 ਨੂੰ ਫਿਰ ਦੁਹਰਾਇਆ ਇਹ। ਅਸੀਂ ਜਿਹੜੀ ਅੰਬੈਸੀਆਂ ਨੇ ਐਡਵਾਈਜ਼ਰੀ ਦਿੱਤੀ, ਉਹ ਲੋਕਾਂ ਨੂੰ ਭੇਜਤੀ, ਸਟੂਡੈਂਟਸ ਨੂੰ। ਕੁਝ ਮੰਨੇ, ਕੁਝ ਦੀਆਂ ਯੂਨੀਵਰਸਿਟੀਆਂ ਨਹੀਂ ਸੀ ਮੰਨ ਰਹੀਆਂ। ਦੇਖੋ ਐਡਵਾਈਜ਼ਰੀ ਨਾਲ ਕੱਲਾ ਕਾਗਜ਼ੀ ਕਾਰਵਾਈ ਨਾਲ ਕੰਮ ਨਹੀਂ ਬਣਦਾ। ਤੁਸੀਂ ਤੈਅ ਕਰਨਾ ਸੀ ਹਫਤਾ 10 ਦਿਨ ਪਹਿਲਾਂ। ਇਹ ਇੱਥੇ ਇਲੈਕਸ਼ਨ 'ਚ ਲੱਗੇ ਸੀ ਬੀਜੇਪੀ ਦਾ, ਤਾਂ ਇਹ ਹੈ 20 ਤਰੀਕ ਤਾਈਂ ਤਾਂ ਪੰਜਾਬ ਨੂੰ ਚਿੰਬੜੇ ਹੋਏ ਸੀ ਇਹ। ਫਿਰ ਯੂਪੀ 'ਚ ਬਣਾ ਰੱਖੀ ਹੈ, ਮਹੀਨੇ ਪਰਦੇ ਹੀ ਇਹਨਾਂ ਨੇ, ਇੱਕ ਦੂਜਾ ਚੌਥਾ, ਹਲੇ ਵੀ ਨਹੀਂ ਖਤਮ ਹੋਈ ਯੂਪੀ ਦੀ ਇਲੈਕਸ਼ਨ। ਉਦੋਂ ਮੈਂ ਇੱਕ ਹਿੰਦੀ ਦੀ ਚੈਨਲ ਸੀਗਾ, ਤੁਹਾਨੂੰ ਉਸ ਤੋਂ ਪਤਾ ਲੱਗੇਗਾ, ਉਹ ਯੂਪੀ 'ਚ ਘੁੰਮ ਰਹੇ ਸੀ ਪਹਿਲਾਂ। ਉਹਨਾਂ ਨੇ ਆ ਕੇ ਵੀ ਆਪਣਾ ਵਾਰ ਰੂਮ ਖੋਲ ਲਿਆ ਯੂਕਰੇਨ ਤੇ। ਉਹ ਕਹਿਣ ਲੱਗੇ ਸਾਨੂੰ ਪਤਾ ਲੱਗਿਆ ਕਿ ਦਰਸ਼ਕ ਕੋਈ ਨਹੀਂ ਦੇਖ ਰਿਹਾ ਯੂਪੀ ਦੀ ਇਲੈਕਸ਼ਨ, ਸਾਰੇ ਇੱਥੇ ਯੂਕਰੇਨ ਤੇ ਧਿਆਨ ਦੇ ਰਿਹਾ। ਸਰਕਾਰ ਤਾਂ ਜਾਗੀ ਹੈ, ਜਦ ਟੈਲੀਵਿਜ਼ਨ ਚੈਨਲਾਂ ਜਾਗ ਜਾਂਦੀਆਂ ਤਾਂ ਸਰਕਾਰ ਜਾਗਦੀ ਹੈ। ਤੇ ਹੁਣ ਮੁਸ਼ਕਿਲ ਕੀ ਆ ਰਹੀ ਹੈ ਕਿ ਜਿਹੜੇ ਬੱਚੇ, ਦੇਖੋ ਤੁਸੀਂ ਕੱਢ ਸਕਦੇ ਆ ਉਹਨਾਂ ਨੂੰ, ਪੱਛਮੀ 3 ਦੇਸ਼ ਨੇ, ਪੋਲੈਂਡ ਹੈ ਉੱਤੇ, ਫਿਰ ਆ ਜਾਂਦਾ ਹੰਗਰੀ, ਆ ਜਾਂਦਾ ਥੱਲੇ ਰੋਮੇਨੀਆ, ਆ ਜਾਂਦਾ ਮੋਲਡੋਵਾ, ਆ ਜਾਂਦਾ। ਥੱਲੇ ਵਾਲੇ ਜਿਹੜੇ ਹੈ ਉਹ ਥੋੜੇ ਜਿਹੇ ਪੱਛਮੀ ਤਾਂ ਕਿਵੇਂ ਪਹੁੰਚੋਗੇ? ਜਿਹੜੇ ਖਾਰਕੀਵ 'ਚ ਬੱਚੇ ਬੈਠੇ ਆ ਉੱਪਰ, ਜਿਵੇਂ ਮੈਂ ਤੁਹਾਨੂੰ ਦੱਸਿਆ ਜਿੱਥੇ ਅਟੈਕ ਹੋਇਆ ਰੂਸ ਦਾ,
ਉੱਥੋਂ ਨਿਕਲ ਕੇ ਬੜਾ ਮੁਸ਼ਕਿਲ ਹੈ। ਅੱਜ ਫੇਰ ਐਡਵਾਈਜ਼ਰੀ ਐਮਬੈਸੀ ਨੇ ਦਿੱਤੀ ਹੈ ਕਿ ਤੁਸੀਂ ਜਲਦੀ ਸਾਰੇ ਬੰਦੇ ਕੀਵ ਨੂੰ ਛੱਡ ਦਿਓ। ਉਹਦੀ ਕਿਸੇ ਇੱਕ ਵਿਚਾਰੇ ਵਿਦਿਆਰਥੀ ਨੇ ਉਹਦੀ ਟਵੀਟ ਕੀਤਾ ਉਹਦੇ ਉੱਤੇ, ਕਹਿੰਦਾ ਜੀ ਅਸੀਂ ਕੱਲ ਰਾਤ ਦੇ ਸਟੇਸ਼ਨ ਤੇ ਬੈਠੇ ਹਾਂ, ਇੱਥੇ ਟ੍ਰੇਨ ਹੀ ਹੈ ਨਹੀਂ, ਕੋਈ ਰੇਲ ਗੱਡੀ ਆਏਗੀ ਤਾਂ ਜਾਵਾਂਗੇ, ਜਾਈਏ ਕਿੱਧਰ ਨੂੰ ਅਸੀਂ। ਸੋ ਇਸ ਵੇਲੇ ਮੁਸ਼ਕਿਲ ਆ ਰਹੀ ਹੈ ਯੂਕਰੇਨ ਦੇ ਅੰਦਰ। ਮਿਨਿਸਟਰ ਭੇਜੇ ਨੇ ਬਾਹਰਲੇ ਦੇਸ਼ਾਂ 'ਚ, ਉਹ ਤਾਂ ਇਹੀ ਕਰ ਸਕਦੇ ਆ ਨਾ ਕਿ ਯੂਕਰੇਨ 'ਚ ਜੇ ਬਾਰਡਰ ਤਾਈਂ ਪਹੁੰਚਣ, ਯੂਕਰੇਨ 'ਚੋਂ ਬੱਚੇ ਨਿਕਲ ਕੇ ਉਹ ਦੇਸ਼ਾਂ 'ਚ ਜਾ ਸਕਣ। ਉਹ ਤਾਂ ਪਹਿਲਾਂ ਵੀ ਉਹ ਲੈ ਰਹੇ ਸੀਗੇ, ਹੁਣ ਲੈ ਲੈਣਗੇ। ਜੇ ਉੱਥੇ ਤਾਈਂ ਪਹੁੰਚ ਹੀ ਨਹੀਂ ਸਕਣਗੇ ਫਿਰ ਇਹਦੇ 'ਚ ਕੀ ਉਹ ਮਿਨਿਸਟਰ ਕੀ ਕਰਨਗੇ? ਜਿਵੇਂ ਮਿਨਿਸਟਰ ਤਾਂ ਬੈਠ ਕੇ ਨੇਪਾਲ 'ਚ, ਪਾਕਿਸਤਾਨ 'ਚ, ਬੰਗਲਾਦੇਸ਼ 'ਚ, ਰੌਲਾ ਪਿਆ ਹੋ ਰਿਹਾ ਹਿੰਦੁਸਤਾਨ 'ਚ। ਤੇ ਜੇ ਪਹੁੰਚ ਹੀ ਨਹੀਂ ਸਕੋਗੇ ਤੁਸੀਂ ਨੇਪਾਲ ਦੀ ਹੱਦ ਤਾਈਂ ਜਾਂ ਬੰਗਲਾਦੇਸ਼ ਦੀ ਹੱਦ ਤਾਈਂ, ਫਿਰ ਕਿਵੇਂ ਹੋਊਗਾ ਇਹ? ਹੁਣ ਇਹ ਭੱਜੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਇਹਨਾਂ ਦੇ ਖਿਲਾਫ ਚੱਲ ਰਿਹਾ ਸਾਰਾ, ਔਰ ਇਲੈਕਸ਼ਨ ਦਾ ਦੌਰ ਹੈ, ਇਹਨਾਂ ਤੇ ਅਸਰ ਵੀ ਪੈ ਸਕਦਾ ਹੈ। ਕਿਉਂਕਿ ਇਹ ਸਰਕਾਰ ਕਹਿੰਦੀ ਹੈ ਜੀ ਸਾਡੇ ਵਰਗੀ ਤਾਂ ਕੋਈ ਸਰਕਾਰ ਆਈ ਨਹੀਂ ਹੁਣ ਤਾਈਂ, ਅਸੀਂ ਤਾਂ ਇੱਕਦਮ ਐਕਸ਼ਨ ਲੈਣੇ ਆ। ਉਹ ਹੁਣ ਜੇ ਦੇਖਿਆ ਜਾਵੇ, ਜਿਵੇਂ ਆ ਇੱਕ ਬੱਚੇ ਦੀ ਮੌਤ ਹੋ ਗਈ ਹੈ, ਹੋਰ ਵੀ ਐਸੀਆਂ ਮੈਨੂੰ ਫਿਕਰ ਹੈ ਇਸ ਗੱਲ ਦਾ ਕਿ ਇਹ ਅਖੀਰਲੀ ਐਸੀ ਖਬਰ ਨਹੀਂ ਹੋਣੀ। ਕਿਉਂਕਿ ਜਦ ਲੜਾਈ ਚੱਲਦੀ ਹੈ ਉਹਦੇ ਵਿੱਚ ਉਹਨਾਂ ਨੂੰ ਕੁਝ ਨਹੀਂ ਪਤਾ। ਹਿੰਦੁਸਤਾਨੀ ਹੈ ਤਾਂ ਜੀ ਇਹਨੂੰ ਨਹੀਂ ਮਾਰਾਂਗੇ ਗੋਲੀ। ਜਿਹੜਾ ਬੱਚਾ ਬਾਹਰ ਨਿਕਲੇਗਾ, ਭੁੱਖੇ ਨੇ, ਪਾਣੀ ਨਹੀਂ ਉਹਨਾਂ ਕੋਲ, ਬੇਸਮੈਂਟਾਂ 'ਚ ਬੈਠੇ ਆ, ਕਿੰਨਾ ਚਿਰ ਬੈਠੇ ਰਹਿਣਗੇ? ਅੱਛਾ ਹੁਣ ਸ਼ਾਇਦ ਅੱਜ ਕਹਿ ਦਿੱਤਾ ਅਸੀਂ ਸਿਕਿਉਰਿਟੀ ਦਾ, ਇੱਥੋਂ ਕੀ ਅਸੀਂ ਆਪਣੀ ਫੌਜ ਭੇਜਾਂਗੇ ਹੁਣ ਯੂਕਰੇਨ ਦੇ ਅੰਦਰ? ਅੱਛਾ ਫਿਰ ਉੱਤੋਂ ਤੁਸੀਂ ਵੋਟ ਪਾਉਣ ਵੇਲੇ ਜਦ ਕੰਮ ਆਇਆ ਤੁਸੀਂ ਕਹਿ ਦਿੱਤਾ ਨਾ ਜੀ ਅਸੀਂ ਤਾਂ ਨਿਊਟਰਲ ਹੈ ਜੀ, ਅਸੀਂ ਨਾ ਅਮਰੀਕਾ ਇਹਨਾਂ ਦੇ ਨਾਲ ਹੈ ਨਾ ਉਹਨਾਂ ਦੇ ਨਾਲ ਹੈ। ਉਹ ਯੂਕਰੇਨ 'ਚ ਥੋੜਾ ਜਿਹਾ ਉਹਦੇ ਨਾਲ ਭੜਕ ਗਏ ਲੋਕ। ਉਹਨਾਂ ਨੇ ਕਿਹਾ ਇਹ ਤਾਂ ਸਾਡੇ, ਦੇਖੋ ਸਾਡੇ ਤੇ ਅਤਿਆਚਾਰ ਹੋ ਰਿਹਾ ਹੈ। ਇਹ UN ਦੇ ਵਿੱਚ ਇਹ ਕਹਿੰਦੇ ਆ ਨਾ ਜੀ ਅਸੀਂ ਤਾਂ ਕੰਧ ਤੇ ਬੈਠਾਂਗੇ, ਨਾ ਇੱਧਰ ਨਾ ਉੱਧਰ। ਫਿਰ ਅੱਜ ਇਹਨਾਂ ਨੇ ਜਲਦੀ ਨਾਲ ਭੇਜਿਆ ਜੀ, ਹਿਊਮੈਨਿਟੇਰੀਅਨ ਅਸਿਸਟੈਂਸ ਭੇਜ ਰਹੇ ਹੈ। ਸੋ ਇਸ ਤੋਂ ਇਹ ਲੱਗ ਰਿਹਾ ਹੈ ਕਿ ਇਹ ਕੰਟਰੋਲ ਨਹੀਂ ਹੈ ਇਹਨਾਂ ਦਾ ਇਹਦੇ ਉੱਤੇ, ਇਹ ਪਿੱਛੋਂ ਭੱਜ ਕੇ ਰਲ ਰਹੇ ਹੈ। ਹਾਲਾਤ ਬਦਲੀ ਜਾ ਰਹੇ ਆ, ਜਿਵੇਂ ਜਿਵੇਂ ਹਾਲਾਤ ਬਦਲਦੇ ਆ, ਅੰਗਰੇਜ਼ੀ 'ਚ ਕਹਿੰਦੇ ਆ ਰਿਐਕਟ ਕਰਦੇ ਆ। ਫਿਰ ਜਦ ਹਾਲਾਤ ਬਦਲਦੇ ਆ ਉਹਦੇ ਰਿਐਕਟ ਕਰਦੇ ਆ। ਅੱਛੀ ਡਿਪਲੋਮੇਸੀ ਇਹ ਹੁੰਦੀ ਹੈ ਤੁਸੀਂ ਅੰਦਾਜ਼ਾ ਪਹਿਲਾਂ ਲਗਾਓ, ਐਂਟੀਸਿਪੇਟ ਕਰੋ ਕਿ ਇਹਦੇ 'ਚ ਇਹ ਇਹਨਾਂ ਨੇ ਸੋਚ ਲਿਆ ਨਹੀਂ ਰੂਸ ਕਰੂਗਾ ਤਾਂ ਪੂਰਵ ਕਨੀਓ ਕਰੂਗਾ, ਉਸ ਪਾਸੇ ਠੀਕ ਹੈ, ਥੋੜੇ ਬੱਚੇ ਹੋਊਗਾ ਤਾਂ ਫਿਰ ਕੱਢ ਲਾਂਗੇ। ਇਹ ਤੁਸੀਂ ਵਰਸਟ ਕੇਸ ਸਿਨਾਰੀਓ, ਬੁਰੀ ਤੋਂ ਬੁਰੇ ਹਾਲਾਤ ਕੀ ਹੋ ਸਕਦੀ ਹੈ ਜਦ ਤੁਸੀਂ ਕੋਈ ਸਿਨਾਰੀਓ ਬਣਾਓ, ਉਹਦੇ 'ਚ ਹੁੰਦਾ ਗੁੱਡ ਕੇਸ ਸਿਨਾਰੀਓ ਕਿ ਹੋ ਸਕਦਾ ਇਦੋਂ ਜ਼ਿਆਦਾ ਨਾ ਹਾਲਤ ਵਿਗੜੇ। ਦੂਜਾ ਹੁੰਦਾ ਕਿ ਇੰਨੀ ਵੀ ਵਿਗੜ ਸਕਦੀ ਹੈ ਹਾਲਤ, ਉਹ ਕਿਸੇ ਨੇ ਅੰਦਾਜ਼ਾ ਨਹੀਂ ਇੱਥੇ ਲਾਇਆ। ਸੋ ਇਸ ਕਰਕੇ ਹੁਣ ਅੱਡੀਆਂ ਮਾਰ ਕੇ ਪਿੱਛੇ ਆਪਣੇ ਭੱਜਣ ਲੱਗੇ ਹੋਏ ਲੇਟ। ਉਹਦਾ ਹੁਣ ਬੱਚਿਆਂ ਨੂੰ ਨੁਕਸਾਨ ਹੋਣਾ। ਇੱਕ ਮਿਨਿਸਟਰ ਨੇ ਅੱਜ ਪਾਰਲੀਮੈਂਟ 'ਚ ਬੋਲਿਆ, ਮੈਂ ਉਹਦੇ ਤੇ ਸਖਤ ਇਤਰਾਜ਼ ਕੀਤਾ ਕਿ ਇਹ ਜਿਹੜੇ ਬੱਚੇ ਉੱਥੋਂ ਮੈਡੀਕਲ ਕਰਕੇ ਆਉਂਦੇ ਆ ਉਹਨਾਂ 'ਚੋਂ ਤਾਂ 5ਵਾਂ ਹਿੱਸਾ ਪਾਸ ਹੁੰਦੇ ਆ, ਇੱਥੋਂ ਦਾ ਮੈਡੀਕਲ ਟੈਸਟ ਨਹੀਂ ਪਾਸ ਕਰ ਸਕਦੇ। ਮੈਂ ਕਿਹਾ ਹੁਣ ਇਹਦੇ ਨਾਲ ਤੁਹਾਡੀ ਜ਼ਿੰਮੇਵਾਰੀ ਘਟ ਗਈ ਕਿ ਉਹ ਬੱਚੇ ਉੱਥੋਂ ਪੜ੍ਹ ਕੇ ਆ ਰਹੇ ਨੇ। ਪਰ ਸਵਾਲ ਕੇਸੀ ਸਿੰਘ ਜੀ ਇੱਥੇ ਵੀ ਉੱਠਦਾ ਕਿ ਇੱਕ ਆਪਣੀ ਇੱਥੇ ਇੰਡੀਅਨ ਸਿਸਟਮ ਦੇ ਵਿੱਚ ਪੜ੍ਹਾਈ ਇੰਨੀ ਮਹਿੰਗੀ ਹੈ ਕਿ 1 ਕਰੋੜ ਰੁਪਇਆ ਲੱਗ ਜਾਂਦਾ ਜੇ ਕਿਸੇ ਸਟੂਡੈਂਟ ਨੇ ਪੜ੍ਹਾਈ ਕਰਨੀ ਹੈ। ਤੇ ਜੇ ਉਹ ਜਾ ਕੇ ਯੂਕਰੇਨ ਜਾਂ ਕਿਸੇ ਹੋਰ ਦੇਸ਼ 'ਚ ਜਾ ਕੇ 30-40 ਲੱਖ ਰੁਪਏ 'ਚ ਵਧੀਆ ਕੋਰਸ ਕਰ ਦਿੰਦਾ, ਡਿਗਰੀ ਕਰ ਲੈਂਦਾ, ਤਾਂ ਇੱਥੇ ਸਵਾਲ ਇਹ ਵੀ ਉੱਠਦਾ ਨਾ ਕਿ ਇੱਥੇ ਪੜ੍ਹਾਈ ਇੰਨੀ ਮਹਿੰਗੀ ਕਿਉਂ ਹੈ, ਉੱਥੇ ਇੰਨੀ ਸਸਤੀ ਕਿਉਂ ਹੈ? ਇੱਥੇ ਬੱਚੇ ਛੱਡ ਕੇ ਆਪਣੀ ਮਿੱਟੀ ਨੂੰ ਪ੍ਰਵਾਸ ਕਰਕੇ ਕਿਸੇ ਦੂਜੇ ਵਤਨ 'ਚ ਜਾਣ ਹੀ ਕਿਉਂ? ਇੱਥੇ ਸਵਾਲ ਤਾਂ ਇਹ ਵੀ ਉੱਠਦਾ ਹੈਗਾ। ਬਿਲਕੁਲ ਸਹੀ, ਇਹੀ ਮੈਂ ਕਿਹਾ ਆਪਣੀ ਟਵੀਟ 'ਚ। ਮੈਂ ਕਿਹਾ ਸਵਾਲ ਇਹ ਉੱਠਦਾ ਹੈ ਸਰਕਾਰੀ ਜਿਹੜੇ ਮੈਡੀਕਲ ਕਾਲਜ ਹੈ ਉਹਨਾਂ 'ਚ ਸੀਟਾਂ ਘੱਟ, ਫਿਰ ਇਹਨੂੰ ਰਿਜ਼ਰਵ, ਉਹਨੂੰ ਰਿਜ਼ਰਵ, ਦੁਨੀਆ ਭਰ ਦੀਆਂ ਉਹ 'ਚ ਰਿਜ਼ਰਵ ਕਰ ਦਿਓ ਤੁਸੀਂ। ਫਿਰ ਦੂਜੇ ਜਿਹੜੇ ਪ੍ਰਾਈਵੇਟ ਨੇ ਉਹਨਾਂ ਨੂੰ ਖੁੱਲੀ ਛਿੱਟੀ ਦਿੱਤੀ ਹੈ, ਜੋ ਮਰਜ਼ੀ ਉਹ ਚਾਰਜ ਕਰਨ। ਸੋ ਇਸ ਕਰਕੇ ਬੱਚੇ ਬਾਹਰ ਜਾ ਰਹੇ ਹੈ। ਤੁਸੀਂ ਬਹਾਨਾ ਬਣਾ ਰਹੇ ਹੋ ਨਹੀਂ ਜੀ ਉਹ ਬਾਹਰ ਗਏ ਉਹ ਤਾਂ ਪਾਸ ਨਹੀਂ ਹੁੰਦੇ, ਤੇ ਇਹਦਾ ਮਤਲਬ ਉਹਨਾਂ ਨੂੰ ਛੱਡ ਦਈਏ ਉਹਨੂੰ ਉੱਥੇ। ਇਹ ਹੁਣ ਬਹਾਨੇਬਾਜ਼ੀ ਚੱਲ ਰਹੀ ਹੈ, ਇਲੈਕਸ਼ਨ ਦਾ ਦੌਰ ਹੈ, ਇਹਨਾਂ ਦੇ ਜਦ ਛਿੱਤਰ ਪੈਂਦੇ ਆ ਫਿਰ ਇਹ ਬਹਾਨੇ ਲੱਭਦੇ ਆ ਕਿ ਉਹ ਕਈ ਵਾਰ ਇਹ ਹੁੰਦਾ ਹੈ ਕਿ ਜੇ ਬਹਾਨਾ ਹੋਰ ਬੇਅਕਲ ਦਾ ਹੁੰਦਾ ਹੈ ਜੀ, ਜੇ ਤੁਸੀਂ ਆਪਣੀ ਗਲਤੀ ਮੰਨ ਲਓ ਤਾਂ ਠੀਕ ਹੁੰਦਾ, ਜੇ ਬਹਾਨੇਬਾਜ਼ੀ ਕਰੋ ਉਹ ਹੋਰ ਬੇਅਕਲੀ ਹੁੰਦੀ ਹੈ ਕਿ ਇੱਕ ਤਾਂ ਗਲਤੀ ਕੀਤੀ ਹੈ, ਕੁੱਤੋਂ ਬਹਾਨੇਬਾਜ਼ੀ ਮਾਰਦੇ ਹੋ ਤੁਸੀਂ। ਤਾਂ ਇਸ ਕਰਕੇ ਇਹ ਗਏ ਨੇ ਫਸ। ਚਲੋ ਉਹਨੂੰ ਛੱਡੋ, ਹੁਣ ਦੇਖਣਾ ਇਹ ਹੈ ਕਿ ਆਪਾਂ ਕਰ ਕੀ ਸਕਦੀ ਹੈ, ਦੇਸ਼ ਕੀ ਕਰ ਸਕਦਾ ਹੈ। ਹੁਣ ਇਸ ਵੇਲੇ ਇੱਕ ਤਾਂ ਬੰਦੇ ਉੱਥੇ ਥੋੜੇ, ਮੈਨੂੰ ਲੱਗਦਾ ਮਿਨਿਸਟਰਾਂ ਦੀ ਜਗ੍ਹਾ ਹੋਰ ਜਗ੍ਹਾ ਤੋਂ ਐਕਸਟਰਾ ਸਟਾਫ ਭੇਜਣਾ ਚਾਹੀਦਾ, ਕਿਉਂਕਿ ਜਦ ਉਹ ਪਾਰ ਵੀ ਕਰਕੇ ਆਉਣਗੇ ਬੱਚੇ ਤੇ ਇੱਕਦਮ ਉਹਨਾਂ ਦੇ ਕਾਗਜ਼ ਚੈੱਕ ਕਰਨੇ, ਉਹਨਾਂ ਨੂੰ ਰੱਖਣਾ ਕਿਧਰੇ, ਉਹ ਵੀ ਉੱਥੇ ਅਰੇਂਜਮੈਂਟ ਕਰਨੇ ਚਾਹੀਦੇ ਸਾਰੀ ਜਗ੍ਹਾ। ਔਰ ਸਟਾਫ ਕਾਫੀ ਜ਼ਿਆਦਾ ਹੋਣਾ ਚਾਹੀਦਾ ਇਹ ਤਿੰਨੋਂ ਚਾਰੋਂ ਦੇਸ਼ਾਂ 'ਚ। ਫਿਰ ਇੱਕੋ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ ਹਾਈ ਲੈਵਲ। ਰੂਸ ਤੇ ਵੀ ਜ਼ੋਰ ਪਾਉਣ। ਉਦੋਂ ਰੂਸ ਨਾਲ ਜਦ ਗੱਲ ਹੋਈ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਪੁਟਿਨ ਨਾਲ, ਪੁਟਿਨ ਨੇ ਤਾਂ ਆਪਣੇ ਹੱਥ ਝਾੜਤੇ। ਉਹਨੇ ਕਿਹਾ ਜੀ ਮੇਰੇ ਤਾਂ ਉੱਥੇ ਕੰਟਰੋਲ ਹੈ ਨਹੀਂ, ਉੱਥੇ ਤਾਂ ਯੂਕਰੇਨ ਦਾ, ਤੁਸੀਂ ਉਹਨਾਂ ਨਾਲ ਗੱਲ ਕਰੋ, ਅਸੀਂ ਤਾਂ ਸਰਹੱਦ ਤੇ ਹਾਂ। ਹੁਣ ਤਾਂ ਸਰਹੱਦ ਦੇ ਅੰਦਰ ਆ ਗਿਆ। ਅੱਛਾ ਯੂਕਰੇਨ ਵਾਲੇ ਨਾਲ ਤੁਸੀਂ ਗੱਲ ਕਰੋਗੇ ਤੇ ਕਿਸ ਮੂੰਹ ਗੱਲ ਕਰੋਗੇ? ਤੁਸੀਂ ਉਹਨਾਂ ਦੀ ਮਦਦ ਹੀ ਨਹੀਂ ਕੀਤੀ UN ਦੇ ਵਿੱਚ।
ਜੀ ਹੁਣ ਕਿਸ ਮੂੰਹ ਨਾਲ ਤੁਸੀਂ ਉਹਨਾਂ ਤੋਂ ਮਦਦ ਮੰਗੋਗੇ? ਹਾਲਾਂਕਿ ਉਹ ਵਿਚਾਰੇ ਹਲੇ ਵੀ ਕਹਿ ਰਹੇ ਆ ਅਸੀਂ ਦੇ ਦਾਂਗੇ ਮਦਦ, ਪਰ ਜੀ ਉਹਦਾ ਆਪਣਾ ਕੰਟਰੋਲ ਨਹੀਂ। ਜਿਹੜਾ ਉੱਥੋਂ ਦਾ ਰਾਸ਼ਟਰਪਤੀ, ਉਹ ਤਾਂ ਵਿਚਾਰਾ ਆਪਣਾ ਕੀਵ 'ਚ ਸਾਰੀ ਕੋਸ਼ਿਸ਼ ਇਹ ਹੋ ਰਹੀ ਹੈ ਕਿ ਇਹਦੇ 'ਚ ਰੂਸ ਨਾ ਕਾਬੂ ਕਰ ਸਕੇ। ਉਸ ਹਾਲਾਤ 'ਚੋਂ ਕੀ ਦੱਸੇਗਾ ਕਿ ਕਿਹੜਾ ਬੱਚਾ ਕਿੱਥੋਂ ਕੱਢ ਕੇ ਕਿੱਧਰ ਹੋ ਸਕਦਾ? ਤਾਂ ਇਹਦੇ 'ਚ ਇਹਨਾਂ ਨੂੰ ਕੁਝ ਹੋਰ ਤਰੀਕਾ ਲੱਭਣਾ ਪੈਣਾ ਹੈ, ਜ਼ਿਆਦਾ ਬੰਦੇ ਲਗਾਉਣੇ ਪੈਣੇ ਇਸ ਕੰਮ ਤੇ। ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਕਿਸ ਤਰੀਕੇ, ਦੇਖੋ ਉਹਨਾਂ ਦੀਆਂ ਬੈਟਰੀਆਂ ਖਤਮ ਹੋ ਜਾਣੀਆਂ, ਫੋਨ ਵੀ ਉਹਨਾਂ ਨੇ ਕਰ ਨਹੀਂ ਸਕਣੇ ਜੇ ਬਿਜਲੀ ਨਾ ਰਹੀ। ਜੀ ਕੁਝ ਬੱਚੇ ਤਾਂ ਐਸੇ ਹੋਣਗੇ, ਮੇਰਾ ਆਪਣਾ ਅੰਦਾਜ਼ਾ ਇਹ ਹੈ, ਜਿਹੜੇ ਫਸੇ ਹੋਏ ਆ ਉਹਨਾਂ ਨੂੰ ਤਾਂ ਜਿੱਥੇ ਲੜਾਈ ਲੱਗ ਚੁੱਕੀ ਹੈ ਉਹਨਾਂ ਨੂੰ ਨਿਕਲਣ ਦਾ ਫਾਇਦਾ ਨਹੀਂ ਹੈ, ਕਿਉਂਕਿ ਜੇ ਤੁਸੀਂ ਬਾਹਰ ਨਿਕਲੋਗੇ ਜਿਵੇਂ ਆ ਕਰਨਾਟਕ ਦੇ ਬੱਚੇ ਨਾਲ ਹੋਇਆ, ਤਾਂ ਉਹ ਦੋਨੋਂ ਪਾਸੇ ਦੀ ਲੜਾਈ ਦੇ ਵਿੱਚ ਫਸ ਜਾਓਗੇ ਤੁਸੀਂ। ਜਦ ਗੋਲੀਆਂ ਚੱਲਦੀਆਂ ਹੁੰਦੀਆਂ ਉਹ ਨਹੀਂ ਦੇਖਦੇ ਕਿ ਇਹ ਸਿਰਫ ਰੂਸੀ ਲਈ ਹੈ ਜਾਂ ਯੂਕਰੇਨੀ ਲਈ ਹੈ, ਜਿਹੜਾ ਵੀ ਉਹਦੇ ਰਸਤੇ 'ਚ ਆਏਗਾ ਉਹ ਹੋਏਗਾ। ਸੋ ਬੱਚਿਆਂ ਨੂੰ ਥੋੜੀ ਜਿਹੀ, ਮੈਨੂੰ ਲੱਗਦਾ ਹਫ਼ਤਾ ਖੋਰ ਤਕਲੀਫ ਕੱਟਣੀ ਪੈਣੀ ਹੈ। ਉਹਦੇ ਬਾਅਦ ਇਹ ਇੰਜ ਨਹੀਂ ਚੱਲ ਸਕਦਾ, ਜਾਂ ਤਾਂ ਕੀਵ ਗਿਰ ਜਾਏਗਾ। ਜੀ ਜੇ ਕੀਵ ਨਹੀਂ ਗਿਰੇਗਾ, ਰੂਸੀ ਇੱਕ ਵਾਰ ਕੰਟਰੋਲ ਕਰ ਲੈਣਗੇ ਤਾਂ ਫਿਰ ਉਹ ਕਾਬੂ ਪੂਰੇ ਦੇਸ਼ ਤੇ ਕਰ ਲੈਣਗੇ। ਸਰ, ਅਖੀਰ ਦੇ ਵਿੱਚ ਪ੍ਰੋਗਰਾਮ ਦੀ ਸਮਾਪਤੀ ਵੱਲ ਵੱਧ ਰਹੇ ਹਾਂ। ਅਖੀਰ ਦੇ ਵਿੱਚ ਮੇਰਾ ਸਵਾਲ ਹੈ ਕਿ ਅਸੀਂ ਜਾ ਕਿੱਧਰ ਨੂੰ ਰਹੇ ਹਾਂ? ਐਟਮੀ ਬੰਬਾਂ ਦੀ ਅਸੀਂ ਭਰਮਾਰ ਦਿਖਾਉਂਦੇ ਹਾਂ, ਸਾਰੇ ਦੇਸ਼ਾਂ ਦੀ ਗੱਲ ਕਰੀਏ ਤਾਂ ਮਨੁੱਖਤਾ ਦੀ ਗੱਲ ਉਹ ਕਿੱਥੇ ਹੋ ਰਹੀ ਹੈ? ਜਾ ਕੇ ਤੁਹਾਨੂੰ ਕੀ ਲੱਗਦਾ ਇਸ ਵੇਲੇ ਮਸਲੇ ਦਾ ਹੱਲ ਕਿੱਥੇ ਪਿਆ? ਕਿੱਦਾਂ ਮਸਲੇ ਦਾ ਹੱਲ ਹੋ ਸਕਦਾ? ਅਖੀਰ ਦੇ ਵਿੱਚ ਸੰਖੇਪ ਦੇ ਵਿੱਚ ਕਰਨਾ ਹੋਵੇ ਗੱਲਬਾਤ। ਦੇਖੋ, ਜਿਹੜੇ ਲੋਕਤਾਂਤਰਿਕ ਦੇਸ਼ ਹੈ, ਜਿਹੜੇ ਅਮਰੀਕਾ ਤੇ ਯੂਰਪ ਵਾਲੇ, ਇਹਨਾਂ ਦਾ ਇਹ ਹੈਗਾ ਕਿ ਇੱਕ 1991 ਚ ਜਦ ਸੋਵੀਅਤ ਯੂਨੀਅਨ ਟੁੱਟਿਆ ਸੀ, ਇੱਕ ਸਿਕਿਉਰਿਟੀ ਆਰਡਰ ਜਿਹਨੂੰ ਕਹਿੰਦੇ ਆ, ਇੱਕ ਸੰਤੁਲਨ ਬਣਿਆ ਸੀ ਯੂਰਪ ਦੇ ਵਿੱਚ ਜੀ, ਉਹਨੂੰ ਇਹਨਾਂ ਨੇ ਵੀ ਹਿਲਾਇਆ। ਜਦ ਨੇਟੋ ਨੂੰ ਵਧਾਉਂਦੇ ਗਏ, ਉਹ ਰੂਸ ਥੋੜਾ ਜਿਹਾ, ਰੂਸ ਉਦੋਂ ਕਮਜ਼ੋਰ ਸੀ। ਜਿਵੇਂ ਜਿਵੇਂ ਪੁਟਿਨ ਨੇ ਰੂਸ ਨੂੰ ਥੋੜਾ ਤਕੜਾ ਕਰ ਲਿਆ, ਉਹਨੇ ਕਿਹਾ ਕਿ ਮੇਰੇ ਨਾਲ ਤੁਸੀਂ ਜ਼ਾਤੀਆਂ ਕੀਤੀਆਂ, ਇਹਨਾਂ ਨੂੰ ਉਹਨੂੰ ਮਨਾ ਲੈਣਾ ਚਾਹੀਦਾ ਸੀ। ਉਹਦੇ ਨਾਲ ਗੱਲ ਕਰਦੇ ਉਹ ਚੀਨ ਦੇ ਨੇੜੇ ਚਲਾ ਗਿਆ। ਹੁਣ ਨਵੀਂ ਜਿਹੜੀ 21ਵੀਂ ਸਦੀ ਦੀ ਸ਼ੀਤਲ ਯੁੱਧ ਹੈ ਤਾਂ ਗਰਮ ਯੁੱਧ ਹੀ ਚੱਲ ਰਿਹਾ, ਉਹਦੇ 'ਚ ਚੀਨ ਤੇ ਰੂਸ ਇੱਕ ਪਾਸੇ ਹੋਣਗੇ, ਅਮਰੀਕਾ ਤੇ ਉਹਦੇ ਜਿਹੜੇ ਸਾਥੀ ਹੈ ਉਹ ਦੂਜੇ ਪਾਸੇ। ਤਾਂ ਇਹਦੇ ਵਿੱਚ ਅਸੀਂ ਫਸ ਗਏ ਹੁਣ, ਕਿਉਂਕਿ ਸਿਕਿਉਰਿਟੀ ਕਾਉਂਸਲ ਦੇ ਅਸੀਂ ਮੈਂਬਰ ਹਾਂ, ਸਾਨੂੰ ਵੋਟ ਪਾਉਣੀ ਪੈਂਦੀ ਹੈ। ਗੱਲ ਤਾਂ ਉੱਥੇ ਹੀ ਨੌਨ ਅਲਾਈਨਮੈਂਟ ਤੇ ਆ ਗਈ ਨਾ, ਜਿਹੜੀ ਨਹਿਰੂ ਨੇ ਚਲਾਈ ਸੀ, ਜਿਹਨੂੰ ਆ ਹੁਣ ਵਾਲੀ ਸਰਕਾਰ ਕਹਿੰਦੀ ਹੈ, ਉਹਨੂੰ ਤਾਂ ਕੁਝ ਪਤਾ ਹੀ ਨਹੀਂ ਸੀ। ਨੌਨ ਅਲਾਈਨਮੈਂਟ ਦਾ ਤਾਂ ਕੋਈ ਫਾਇਦਾ ਨਹੀਂ ਸੀ। ਦੇਖੋ, ਸਾਡੇ ਲਈ ਰਸਤਾ ਉਹੀ ਹੈ ਕਿ ਤੁਸੀਂ ਬਹੁਤੇ ਇੱਕ ਗਰੁੱਪ ਨਾਲ ਨਹੀਂ ਹੋ ਸਕਦੇ, ਬਹੁਤੇ ਦੂਜੇ ਨਾਲ ਨਹੀਂ ਹੋ ਸਕਦੇ। ਹੁਣ ਉਹਦੇ 'ਚ ਗਏ ਹਾਂ ਅਸੀਂ ਫਸ। ਸੋ ਉਹਦੇ ਵਿੱਚੋਂ ਕਿਵੇਂ ਨਿਕਲਣਾ, ਪਹਿਲੀ ਤਾਂ ਇਹ ਮੁਸ਼ਕਿਲ ਹੈ। ਪਰ ਦੁਨੀਆ ਦੇ ਜਿਹੜੇ ਪਲੇਟਾਂ ਨੇ, ਜਿਵੇਂ ਧਰਤੀ ਦੀ ਜਿਹੜੀ ਪਲੇਟਸ ਹੁੰਦੀਆਂ, ਉਹ ਅਦਲ ਬਦਲ ਹੋ ਰਹੀ ਹੈ। ਉਹ ਅਦਲ ਬਦਲ ਦੇ ਟਾਈਮ ਜਿਹੜਾ ਹੁੰਦਾ ਹੈ, ਉਹਦੇ 'ਚ ਪੁਟਿਨ ਸਾਹਿਬ ਕਹਿ ਰਹੇ ਮੈਂ ਐਟਮ ਬੰਬ ਵੀ ਮੇਰੇ ਕੋਲ ਹੈਗੇ, ਉਹ ਬੜੀ ਗਲਤ ਗੱਲ ਹੈ ਉਹਨਾਂ ਦੀ। ਕਿਉਂਕਿ ਇੱਕ P5 ਪਰਮਾਨੈਂਟ ਮੈਂਬਰ ਹੋਵੇ ਸਿਕਿਉਰਿਟੀ ਕਾਉਂਸਲ ਦਾ, ਉਹਨੂੰ ਪਰਮਾਣੂ ਹਥਿਆਰਾਂ ਦਾ ਡਰਾਵਾ ਨਹੀਂ ਦੇਣਾ ਚਾਹੀਦਾ। ਇਹ ਤਾਂ ਪਾਕਿਸਤਾਨ ਵਰਗੇ ਦੇਸ਼ ਕਹਿ ਦਿੰਦੇ ਆ ਸਾਨੂੰ ਕਈ ਵਾਰ ਜੀ, ਪਰ ਇਹ ਕੋਈ ਜ਼ਿੰਮੇਵਾਰ ਦੇਸ਼ ਦਾ ਦੇਣ ਵਾਲਾ ਬਿਆਨ ਨਹੀਂ ਹੈ, ਇਹ ਗਲਤ ਬਿਆਨ ਹੈ। ਸੋ ਅਗਲੇ, ਮੈਨੂੰ ਤਾਂ ਲੱਗਦਾ 1-2 ਮਹੀਨੇ ਤਾਈਂ ਇਹ ਇੰਜੀ ਹਿਲਚਿਲ ਲੱਗੇਗੀ, ਜਦ ਤਾਈਂ ਪੁਟਿਨ ਸਾਹਿਬ ਜਾਂ ਜੇ ਕਾਬੂ ਕਰ ਲੈਂਦੇ ਆ, ਫਿਰ ਵੀ ਇਨਸਰਜੈਂਸੀ ਚੱਲ ਪੈਣੀ ਹੈ ਉੱਥੇ। ਇਹ ਹਥਿਆਰ ਭਾਵੇਂ ਫੌਜ ਸਿੱਟ ਦੇ, ਪਰ ਕਾਬੂ ਕਰ ਸਕਦਾ ਹੈ ਪੁਟਿਨ ਇਹਨੂੰ, ਲੇਕਿਨ ਕਾਬੂ ਰੱਖ ਨਹੀਂ ਸਕੇਗਾ, ਕਿਉਂਕਿ ਉੱਥੋਂ ਦੇ ਲੋਕ ਉਹਦੇ ਨਾਲ ਨਹੀਂ ਹੈ, ਉਹ ਆਜ਼ਾਦੀ ਚਾਹੁੰਦੇ ਹੈ। ਤੇ ਉਹ ਫਿਰ ਲੰਬੀ ਪੈ ਜਾਏਗੀ ਲੜਾਈ। ਦੂਜੀ ਹੈਗੀ, ਜੇ ਪੁਟਿਨ ਸਮਝ ਲੇ ਕਿ ਘੇਰ ਲੈ ਕੀਵ ਨੂੰ, ਉਹਨੂੰ ਥੋੜਾ ਜਿਹਾ ਫੇਸ ਸੇਵਰ ਮਿਲ ਜੇ ਕਿ ਦੇਖਿਆ ਮੈਂ ਇਹਨਾਂ ਤੇ ਦਬਾਅ ਪਾ ਕੇ ਇਹਨਾਂ ਨੂੰ ਮਨਾ ਲਿਆ, ਫਿਰ ਆਪਣੀਆਂ ਫੌਜਾਂ ਵਾਪਸ ਲੈ ਜਾਏ। ਉਹ ਕਹਿ ਦੇਣ ਜਿਹੜੇ ਇੱਧਰਲੇ ਪੂਰਬੀ 2 ਸੂਬੇ ਨੇ ਉਹਨਾਂ ਨੂੰ ਆਟੋਨਮੀ ਦੇਤੀ ਅਸੀਂ, ਅੱਛਾ ਇਹਨੂੰ ਨੇਟੋ 'ਚ ਨਹੀਂ ਜਾਵਾਂਗੇ, ਨਿਊਟਰਲ ਕਰ ਦਾਂਗੇ ਯੂਕਰੇਨ ਨੂੰ ਇੱਥੇ। ਪਰ ਇਹ ਕਦੇ ਵੀ ਕੋਈ ਨਹੀਂ ਮੰਨੇਗਾ, ਨਾ ਯੂਕਰੇਨ ਮੰਨੇਗਾ, ਨਾ ਪੱਛਮੀ ਦੇਸ਼ ਮੰਨਣਗੇ ਕਿ ਪੁਟਿਨ ਤੈਅ ਕਰੇ ਉੱਥੋਂ ਦਾ ਰਾਸ਼ਟਰਪਤੀ ਕੌਣ ਹੋਊਗਾ। ਜਿਹੜਾ ਕਿ 2014 ਤਾਈਂ ਸੀ, ਉਦੋਂ ਜਿਹੜਾ ਰਾਸ਼ਟਰਪਤੀ ਸੀ ਉਹ ਰੂਸ ਦੇ ਪੱਖ ਦਾ ਸੀ। ਹੁਣ ਪੁਟਿਨ ਜੇ ਉਹ ਚਾਹ ਰਿਹਾ, ਉਹ ਤਾਂ ਕੋਈ ਨਹੀਂ ਮੰਨੇਗਾ। ਉਹ ਲਗਾ ਸਕਦਾ ਜ਼ਬਰਦਸਤੀ ਉੱਥੇ ਕਿਸੇ ਬੰਦੇ ਨੂੰ, ਪਰ ਉਹ ਅਮਨ ਚੈਨ ਨਹੀਂ ਰਹੇਗਾ ਦੇਸ਼ ਦੇ ਅੰਦਰ। ਸੋ ਸਾਨੂੰ ਬੱਚੇ ਕੁਛ ਤਾਂ ਹਫ਼ਤੇ ਬਾਅਦ ਜਾਂ ਥੋੜਾ ਜਿਹਾ ਇੱਕ ਪਾਸੇ, ਜਾਂ ਤਾਂ ਇੱਕ ਪਾਸੇ ਦੀ ਇਹ ਹੋ ਜੇ ਉਹਨੇ ਕਾਬੂ ਕਰ ਲਿਆ, ਭਾਵੇਂ ਜਿੱਤ ਹੋਵੇ ਚਾਹੇ ਨਾ, ਜਾਂ ਹੋ ਜੇ ਉਹ ਪਿੱਛੇ ਹਟ ਗਿਆ, ਫਿਰ ਰਸਤਾ ਖੁੱਲੇਗਾ ਬੱਚਿਆਂ ਨੂੰ ਕੱਢਣ ਦਾ। ਇਸ ਵੇਲੇ ਤਾਂ ਮੈਨੂੰ ਲੱਗ ਰਿਹਾ ਜਿਹੜੇ ਦੂਰ ਫਸੇ ਹੋਏ ਹੈ ਉਹਨਾਂ ਦਾ ਕੰਮ ਮੁਸ਼ਕਿਲ ਹੈ। ਬਹੁਤ ਸ਼ੁਕਰੀਆ ਸਰ, ਜਿੱਦਾਂ ਤੁਹਾਡਾ ਤਜਰਬਾ ਹੈ ਉਸ ਤਜਰਬੇ ਦੇ ਅਨੁਸਾਰ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਤੇ ਬੜੇ ਸੰਖੇਪ ਤਰੀਕੇ ਦੇ ਨਾਲ ਸਮਝਾਇਆ ਪੂਰਾ ਮਸਲਾ ਕੀ ਹੈ। ਤੁਹਾਡਾ ਬਹੁਤ ਧੰਨਵਾਦ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਸੇ ਤਰੀਕੇ ਨਾਲ ਜੋੜਦੇ ਰਵਾਂਗੇ ਤਕਨੀਕ ਦੇ ਮਾਧਿਅਮ ਜ਼ਰੀਏ। ਸਤਿ ਸ਼੍ਰੀ ਅਕਾਲ ਜੀ।
ਤਾਂ ਸਰਦਾਰ ਕੇਸੀ ਸਿੰਘ ਜੀ ਭਾਰਤੀ ਦੂਤਾਵਾਸ ਰਹੇ ਨੇ, ਬਹੁਤ ਤਜਰਬਾ ਹੈਗਾ ਇਹਨਾਂ ਨੂੰ। ਇਹਨਾਂ ਦੇ ਆਪਣੇ ਤਜਰਬੇ ਦੇ ਅਨੁਸਾਰ ਗੱਲਬਾਤ ਕੀਤੀ ਹੈ ਤੇ ਦੱਸਿਆ ਕਿ ਰੂਸ ਯੂਕਰੇਨ ਦੇ ਵਿੱਚ ਇਸ ਵੇਲੇ ਹਾਲਾਤ ਕੀ ਬਣੇ ਹੋਏ ਨੇ ਤੇ ਆਉਣ ਵਾਲੇ ਦਿਨਾਂ 'ਚ ਹਾਲਾਤ ਕਿੱਧਰ ਨੂੰ ਜਾ ਸਕਦੇ ਨੇ। ਤੇ ਅਸੀਂ ਵੀ ਆਸ ਉਮੀਦ ਤਵੱਕੋ ਰੱਖਦੇ ਹਾਂ ਕਿ ਛੇਤੀ ਤੋਂ ਛੇਤੀ ਇਹ ਜੰਗ ਜਿਹੜੀ ਉਹ ਖਤਮ ਹੋਵੇ ਤੇ ਲੋਕਾਂ ਨੂੰ ਸੁੱਖ ਦਾ ਸਾਹ ਜਿਹੜਾ ਉਹ ਆਵੇ। ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।